ਗੁਰੂ ਸਵਾਰਿਓ, ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਚੰਗੇਰੀ ਮਾਨ ਦੇ 4th ਰਾਊਂਡ ਦੀ ਤਿਆਰੀ ਕਰ ਰਹੇ ਹਾਂ ਤੇ ਉਸ ਦੀ ਤਿਆਰੀ ਕਰਦੇ ਕਰਦੇ ਅਸੀਂ ਸੁਖਮਨੀ ਸਾਹਿਬ ਜੀ ਦੇ ਅੰਤਿਮ ਪੜਾਅ ਤੇ ਪੁੱਜਣ ਵਾਲੇ ਹਾਂ। ਅੱਜ ਜੋ ਅਸ਼ਟਪਦੀਆਂ ਰਹਿੰਦੀਆਂ ਨੇ ਉਹਨਾਂ ਵਿੱਚੋਂ ਸਤਿਕਾਰਯੋਗ ਵੀਰ ਜੀ 2 ਅਸ਼ਟਪਦੀਆਂ ਦੀ ਵਿਚਾਰ ਫਿਰ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਸਾਂਝਾ ਕਰਨਗੇ, 22ਵੀਂ ਅਤੇ 23ਵੀਂ ਅਸ਼ਟਪਦੀ ਦੀ। ਤੇ ਕੱਲ ਅਸੀਂ ਸੁਖਮਨੀ ਸਾਹਿਬ ਜੀ ਦੀ ਅਖੀਰਲੀ ਅਸ਼ਟਪਦੀ ਨੂੰ ਵਿਚਾਰਾਂਗੇ, ਗੁਰੂ ਕਿਰਪਾ ਕਰੇਗਾ। ਸੋ ਆਸ ਹੈ ਕਿ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਇਸੇ ਤਰ੍ਹਾਂ ਵੀਰ ਜੀ ਪਾਸੋਂ ਗੁਰਬਾਣੀ, ਗੁਰ ਇਤਿਹਾਸ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜਾ ਹੈ ਉਹ ਪਿਆਰ ਨਾਲ ਅੱਜ ਵੀ ਸਰਵਣ ਕਰੋਗੇ। ਆਓ ਹਿਰਦੇਜੀਤ ਸਿੰਘ ਵੀਰ ਜੀ ਨੂੰ ਜੀ ਆਇਆਂ ਕਹੀਏ ਅਤੇ ਵੀਰ ਜੀ ਨੂੰ ਵੀ ਬੇਨਤੀ ਹੈ ਕਿ ਸਾਡੇ ਕੋਲ ਹੁਣ ਤੁਹਾਡੇ ਕੋਲ ਲਾਹਾ ਲੈਣ ਵਾਸਤੇ ਤੁਹਾਡੇ ਰਾਹੀਂ ਕੇਵਲ 1-2 ਦਿਨ ਦਾ ਹੀ ਸਮਾਂ ਰਹਿ ਗਿਆ ਹੈਗਾ। ਸੋ ਜੇ ਕੁਝ ਸਮਾਂ ਵਧੇਕ ਵੀ ਲੱਗ ਜਾਏ ਤਾਂ ਅੱਜ ਪਰਵਾਹ ਨਹੀਂ ਕਰਨੀ। ਅੱਜ ਹੋ ਸਕਦਾ ਹੈ ਕਿ ਅੱਜ ਆਨੰਦ ਸਾਹਿਬ ਦਾ ਪਾਠ ਨਹੀਂ ਕਰਨਾ ਹੈਗਾ, ਸੰਗਤ ਦੇ ਸਵਾਲ ਹੋ ਸਕਦੇ ਨੇ ਤੇ ਆਪ ਜੀ ਕੋਸ਼ਿਸ਼ ਕਰਨਾ 5-10 ਮਿੰਟ ਜਿਹੜਾ ਹੈ ਉਹ ਅਖੀਰ ਵਿੱਚ ਸੰਗਤ ਦੇ ਸਵਾਲਾਂ ਦੇ ਜਿਹੜਾ ਜਵਾਬ ਉਹ ਦੇਣ ਦੀ ਕਿਰਪਾਲਤਾ ਕਰਨੀ ਹੈ। ਸੋ ਮੈਨੂੰ ਆਸ ਹੈ ਕਿ ਵੀਰ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥਾਂ ਨੂੰ ਵਿਚਾਰਦੇ ਪਏ ਹਾਂ। ਅੱਜ ਅਸੀਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ 22ਵੀਂ ਪੌੜੀ ਦਾ ਜੋ ਸ਼ਲੋਕ ਹੈ, ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਇਸ ਤੋਂ ਅਸੀਂ ਆਪਣੀ ਵਿਚਾਰ ਸ਼ੁਰੂ ਕਰਨੀ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ। ਵਰਤਣਹਾਰ ਦਾ ਮਤਲਬ ਹੁੰਦਾ ਹੈ ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ। ਇਹ ਜੀਵਾਂ ਦੇ, ਜੰਤੂਆਂ ਦੇ, ਭਾਵ ਕਿ ਹਰ ਇੱਕ ਦੇ ਮਾਲਕ ਵਾਹਿਗੁਰੂ ਜੀ ਆਪ ਹੀ ਤੂੰ ਸਾਰੀਆਂ ਥਾਵਾਂ ਦੇ ਉੱਤੇ ਵਰਤਦਾ ਪਿਆ ਹੈ। ਨਾਨਕ ਇੱਕ ਉਹ ਪਸਰਿਆ, ਦੂਜਾ ਕਹਿਨ ਦ੍ਰਿਸ਼ਟਾਰ। ਇਹ ਨਾਨਕ ਹਰ ਥਾਂ ਦੇ ਉੱਤੇ ਉਹ ਮਾਲਕ ਹੀ ਪਸਰਿਆ ਹੋਇਆ ਹੈ, ਭਾਵ ਕਿ ਮਾਲਕ ਹੀ ਹੈ। ਦੂਜਾ ਕਹਿਨ ਦ੍ਰਿਸ਼ਟਾਰ, ਦੂਜਾ ਕਿੱਥੇ ਨਜ਼ਰ ਆਉਂਦਾ ਹੈ ਜਿਹੜਾ ਇੰਨੀ ਤਾਕਤ ਵਾਲਾ ਹੋਵੇ, ਭਾਵ ਕਿ ਵਾਹਿਗੁਰੂ ਆਪ ਹੀ ਆਪ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ। ਸਰਗੁਣ ਰੂਪ ਦੇ ਵਿੱਚ ਜੀਵਾਂ ਦੇ ਵਿੱਚ ਬੈਠਾ ਆਪ ਹੀ ਬੋਲਦਾ ਹੈ, ਆਪ ਹੀ ਉਹ ਸੁਣਦਾ ਹੈ। ਆਪਹਿ ਏਕ ਆਪ ਵਿਸਥਾਰ। ਸਤਿਗੁਰੂ ਕਹਿੰਦੇ ਨੇ ਆਪ ਹੀ ਉਹ ਇੱਕ ਹੈ। ਜਦੋਂ ਸ੍ਰਿਸ਼ਟੀ ਨਹੀਂ ਰਚੀ ਜਾਂਦੀ, ਜਿੱਦਾਂ ਕੱਲ ਅਸੀਂ ਵਿਚਾਰਿਆ ਸੀ, ਤੇ ਜਦੋਂ ਆਕਾਰ ਕੁਝ ਨਹੀਂ ਸੀ ਉਦੋਂ ਵੀ ਮਾਲਕ ਇੱਕ ਸੀ। ਆਪਹਿ ਏਕ ਆਪ ਵਿਸਥਾਰ, ਤੇ ਜਦੋਂ ਉਹ ਵਿਸਥਾਰ ਕਰ ਦਿੰਦਾ ਹੈ ਫਿਰ ਵੀ ਉਹ ਇੱਕ ਹੀ ਰਹਿੰਦਾ ਹੈ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਜਦੋਂ ਉਹਨੂੰ ਚੰਗਾ ਲੱਗਦਾ ਹੈ, ਭਾਵੇਂ ਉਹਨੂੰ ਗੱਲ, ਤੇ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ। ਆਪਣੇ ਭਾਣੇ ਲਏ ਸਮਾਏ, ਕਿ ਆਪਣੇ ਭਾਣੇ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਸਮਾ ਵੀ ਲੈਂਦਾ ਹੈ, ਖਤਮ ਵੀ ਕਰ ਲੈਂਦਾ ਹੈ। ਤੁਮ ਤੇ ਭਿੰਨ ਨਹੀਂ ਕਿਛ ਹੋਏ। ਇਹ ਵਾਹਿਗੁਰੂ ਤੇਰੇ ਤੋਂ ਵੱਖਰਾ, ਭਿੰਨ ਦਾ ਮਤਲਬ ਵੱਖਰਾ, ਤੇਰੇ ਤੋਂ ਵੱਖਰਾ ਕੁਝ ਨਹੀਂ ਹੋ ਸਕਦਾ। ਆਪਨ ਸੂਤ ਸਭ ਜਗਤ ਪਰੋਏ, ਤੂੰ ਸਾਰੇ ਸੰਸਾਰ ਨੂੰ ਆਪਣੇ ਸੂਤਰ ਦੇ ਵਿੱਚ, ਆਪਣੀ ਮਰਿਆਦਾ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਪਰੋਣਾ ਜਿੱਦਾਂ ਸੂਈ ਦੇ ਨਾਲ, ਇੱਕ ਮਿੰਟ ਵਾਹਿਗੁਰੂ ਵਾਹਿਗੁਰੂ। ਜਾਕੋ ਪ੍ਰਭ ਜੀਓ ਆਪ ਬੁਝਾਏ, ਆਪਨ ਸੂਤ ਸਭ ਜਗਤ ਪਰੋਏ। ਜਾਕੋ ਪ੍ਰਭ ਜੀਓ ਆਪ ਬੁਝਾਏ, ਜਿਨ੍ਹਾਂ ਨੂੰ ਪ੍ਰਭੂ ਆਪ ਸਮਝ ਬਖਸ਼ ਦਿੰਦਾ ਹੈ, ਭਾਵ ਕਿ ਆਪ ਆਪਣੇ ਬਾਰੇ ਜਾਣਕਾਰੀ ਦਿੰਦਾ ਹੈ। ਸੱਚ ਨਾਮ ਸੋਈ ਜਨ ਪਾਏ, ਉਹ ਬੰਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ। ਸੋ ਸਮਦਰਸ਼ੀ ਤਤ ਕਾ ਬੇਤਾ। ਮਰਦ ਕਹਿੰਦੇ ਭਾਈ ਉਹ ਅਸਲ ਦੇ ਵਿੱਚ ਸਮਦਰਸ਼ੀ ਹੋ ਜਾਂਦਾ ਹੈ। ਸਮਦਰਸ਼ੀ ਦਾ ਮਤਲਬ ਹੁੰਦਾ ਜਿਹੜਾ ਸਮ ਦਰਸ਼ਨ ਕਰਦਾ ਹੈ, ਭਾਵ ਕਿ ਸਾਰਿਆਂ ਨੂੰ ਇੱਕੋ ਜਿਹਾ, ਇੱਕੋ ਨਜ਼ਰ ਦੇ ਨਾਲ ਜਿਹੜਾ ਤੱਕਦਾ ਹੈ, ਬਰਾਬਰ ਤੱਕਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਸਤਿਗੁਰੂ ਕਹਿੰਦੇ ਨੇ ਭਾਈ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਹੈ ਅਕਾਲ ਪੁਰਖ। ਉਹ ਜਿਹੜਾ ਬੰਦਾ ਹੈ ਨਾ, ਜਿਹੜਾ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦਾ ਹੈ, ਜਿਹਨੂੰ ਰੱਬ ਆਪਣੇ ਬਾਰੇ ਸਮਝ ਦੇ ਦਿੰਦਾ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ। ਜੀ ਜੰਤਰ ਸਭ ਤਾਕੈ ਹਾਥ। ਸਾਰੇ ਜੀਵ ਜੰਤੂ ਉਸ ਮਾਲਕ ਦੇ ਵੱਸ ਦੇ ਵਿੱਚ ਨੇ। ਦੀਨ ਦਇਆਲ ਅਨਾਥ ਕੋ ਨਾਥ, ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ। ਜਿਨ੍ਹਾਂ ਦਾ ਕੋਈ ਵੀ ਨਹੀਂ ਹੈ ਉਹਨਾਂ ਦਾ ਹੈ ਉਹ ਮਾਲਕ, ਅਨਾਥਾਂ ਦਾ ਨਾਥ ਹੈ।
ਜਿਸ ਰੱਖੈ ਤਿਸ ਕੋਇ ਨਾ ਮਾਰੈ। ਜਿਹਨੂੰ ਵਾਹਿਗੁਰੂ ਰੱਖ ਲੈਂਦਾ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਸੋ ਮੂਆ ਜਿਸ ਮਨੋਂ ਵਿਸਾਰੈ। ਪਰ ਮਹਾਰਾਜ ਕਹਿੰਦੇ ਨੇ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਜਿਹੜਾ ਹੈ ਜਿੱਦਾਂ ਪ੍ਰਭੂ ਕਿਸੇ ਨੂੰ ਭੁਲਾ ਦੇਵੇ, ਸਤਿਗੁਰੂ ਕਹਿੰਦੇ ਸਮਝ ਲਓ ਵੀ ਉਹ ਖਤਮ ਹੋ ਗਿਆ। ਰੱਬ ਸਾਰਿਆਂ ਨੂੰ ਪਾਲਦਾ ਹੈ, ਕਿਸੇ ਨੂੰ ਮਾਰਦਾ ਨਹੀਂ। ਪਰ ਏਦਾਂ ਕਹਿ ਲਈਏ ਕਿ ਅਸਲ ਦੇ ਵਿੱਚ ਆਤਮਿਕ ਜੀਵਨ ਦੇ ਵੱਲੋਂ ਉਹ ਮਰਿਆ ਗਿਣੋ ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ, ਜਿਹਨੂੰ ਰੱਬ ਹੀ ਭੁਲਾ ਦਿੰਦਾ ਹੈ ਆਪਣੇ ਵੱਲੋਂ। ਹਜ਼ੂਰ ਕਹਿੰਦੇ ਤਿਸ ਤਜ ਅਵਰ ਕਹਾ ਕੋ ਜਾਏ। ਭਾਈ ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਕੋਈ ਕਿੱਥੇ ਜਾ ਰਿਹਾ ਹੈ। ਸਭ ਸਿਰ ਏਕ ਨਿਰੰਜਨ ਰਾਏ। ਸਾਰਿਆਂ ਦੇ ਸਿਰ ਦੇ ਉੱਤੇ ਤੇ ਇੱਕ ਮਾਲਕ ਹੈ। ਜੀ ਕੀ ਜੁਗਤ ਜਾ ਕੇ ਸਭ ਹਾਥ। ਜੀਵਾਂ ਦੀ ਜਿਹੜੀ ਜ਼ਿੰਦਗੀ ਜੀਣ ਦੀ ਜੁਗਤ ਹੈ, ਕਹਿਣ ਦਾ ਭਾਵ ਇਹ ਹੈ ਕਿ ਮਤਲਬ ਜਿੱਦਾਂ ਕੋਈ ਕਿਵੇਂ ਜੀਣਾ ਹੈ, ਕਿੱਦਾਂ ਜ਼ਿੰਦਗੀ ਜੀ ਰਿਹਾ ਹੈ, ਉਹਦੀ ਸਾਰੀ ਦੀ ਜੁਗਤੀ ਦਾ ਉਹਨੂੰ ਪਤਾ ਹੈ। ਤੇ ਅੰਦਰ ਬਾਹਰ ਜਾਨੋ ਸਾਥ। ਸਤਿਗੁਰੂ ਕਹਿੰਦੇ ਅੰਦਰ ਤੇ ਬਾਹਰ ਹਰ ਥਾਂ ਦੇ ਉੱਤੇ ਉਸ ਮਾਲਕ ਨੂੰ ਆਪਣੇ ਨਾਲ ਵਸਦਾ ਸਮਝੋ। ਗੁਣ ਨਿਧਾਨ ਬੇਅੰਤ ਅਪਾਰ। ਨਾਨਕ ਦਾਸ ਸਦਾ ਬਲਿਹਾਰ। ਸਤਿਗੁਰੂ ਕਹਿੰਦੇ ਨੇ ਜਿਹੜਾ ਵਾਹਿਗੁਰੂ ਗੁਣ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਬੇਅੰਤ ਹੈ, ਅਪਾਰ ਹੈ, ਉਹਦੇ ਜਿਹੜੇ ਸੇਵਕ ਨੇ ਨਾ ਸਦਾ ਹੀ ਉਹਦੇ ਤੋਂ ਬਲਿਹਾਰ ਜਾਂਦੇ ਨੇ। ਨਾਨਕ ਦਾਸ ਸਦਾ ਬਲਿਹਾਰ। ਫਿਰ ਪੂਰਨ ਪੂਰ ਰਹੇ ਦਇਆਲ। ਅਕਾਲ ਪੁਰਖ ਵਾਹਿਗੁਰੂ ਹਰ ਥਾਂ ਦੇ ਉੱਤੇ ਵਿਆਪਕ ਨੇ, ਸੰਪੂਰਨ ਨੇ। ਸਭ ਉੱਪਰ ਹੋਵਤ ਕਿਰਪਾਲ। ਤੇ ਸਾਰਿਆਂ ਦੇ ਉੱਤੇ ਉਹ ਕਿਰਪਾਲੂ ਨੇ, ਕਿਰਪਾ ਕਰਨ ਵਾਲੇ ਨੇ। ਆਪਣੇ ਕਰਤੱਵ ਜਾਣੈ ਆਪ। ਵਾਹਿਗੁਰੂ ਆਪ ਹੀ ਆਪਣੇ ਕਰਤੱਵਾਂ ਨੂੰ, ਆਪਣੀਆਂ ਖੇਡਾਂ ਨੂੰ ਜਾਣਦਾ ਹੈ। ਅੰਤਰਜਾਮੀ ਰਹੇ ਉਹ ਵਿਆਪ। ਤੇ ਸਤਿਗੁਰੂ ਕਹਿੰਦੇ ਨੇ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ, ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ। ਪ੍ਰਤਪਾਲੈ ਜੀਵਨ ਬਹੁ ਭਾਂਤ। ਕਈਆਂ ਤਰੀਕਿਆਂ ਦੇ ਨਾਲ ਜੀਵਾਂ ਨੂੰ ਪਾਲਦਾ ਹੈ। ਜੋ ਜੋ ਰਚਿਓ ਸੋ ਤਿਸਹਿ ਧਿਆਤ। ਜੋ ਜੋ ਮਾਲਕ ਨੇ ਰਚਿਆ ਹੈ ਸਾਰੇ ਹੀ ਉਹਨੂੰ ਧਿਆਉਂਦੇ ਨੇ, ਉਹਦਾ ਜਾਪ ਕਰਦੇ ਨੇ। ਜਿਸ ਭਾਵੈ ਤਿਸ ਲਏ ਮਿਲਾਏ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਜਿਸ ਭਾਵੈ ਤਿਸ ਲਏ ਮਿਲਾਏ। ਭਗਤ ਕਰਹਿ ਹਰਿ ਕੇ ਗੁਣ ਗਾਏ। ਤੇ ਉਹ ਰੱਬ ਦੇ ਗੁਣ ਗਾ ਗਾ ਕੇ ਉਹਦੀ ਭਗਤੀ ਕਰਦੇ ਨੇ। ਮਨ ਅੰਤਰ ਵਿਸ਼ਵਾਸ ਕਰ ਮਾਨਿਆ। ਜਿਸ ਮਨੁੱਖ ਨੇ ਮਨ ਦੇ ਵਿੱਚ ਵਿਸ਼ਵਾਸ ਕਰਕੇ ਤੇ ਰੱਬ ਨੂੰ ਮੰਨ ਲਿਆ ਹੈ, ਭਾਵ ਕਿ ਸ਼ਰਧਾ ਧਾਰ ਕੇ ਰੱਬ ਨੂੰ ਸੱਚੀ ਮੁੱਚੀ ਜਾਣ ਲਿਆ ਹੈ ਨਾ। ਸਤਿਗੁਰੂ ਕਹਿੰਦੇ ਕਰਨਹਾਰ ਨਾਨਕ ਇੱਕ ਜਾਣਿਆ। ਉਹਨੇ ਸਮਝ ਲਓ ਕਿ ਇੱਕ ਰੱਬ ਨੂੰ ਪਹਿਚਾਣ ਲਿਆ ਹੈ। ਜਿਹਨੇ ਵਿਸ਼ਵਾਸ ਕਰ ਲਿਆ ਉਹਨੇ ਪਹਿਚਾਣ ਵੀ ਲਿਆ। ਜਨ ਲਾਗਾ ਹਰ ਇੱਕ ਹੈ ਨਾਏ। ਤਿਸ ਕੀ ਆਸ ਨਾ ਬਿਰਥੀ ਜਾਏ। ਮਰਦ ਕਹਿੰਦੇ ਜਿਹੜਾ ਸੇਵਕ ਇੱਕ ਨਾਮ ਦੇ ਵਿੱਚ ਲੱਗਾ ਰਹਿੰਦਾ ਹੈ ਨਾ, ਉਹਦੀ ਆਸ ਕਦੀ ਖਾਲੀ ਨਹੀਂ ਜਾਂਦੀ। ਫਿਰ ਸੇਵਕ ਕੋ ਸੇਵਾ ਬਨ ਆਈ। ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੂੰ ਮਤਲਬ ਇਹੋ ਹੀ ਚੰਗਾ ਲੱਗਦਾ ਹੈ, ਸੇਵਾ ਬਣ ਆਈ। ਵੀ ਸੇਵਾ ਕਰਨੀ ਹੀ ਉਹਦੀ ਬਣ ਆਈ ਹੈ, ਵੀ ਉਹਨੇ ਸੇਵਾ ਹੀ ਕਰਨੀ ਹੈ। ਤੇ ਫਿਰ ਹੁਕਮ ਬੂਝ ਪਰਮ ਪਦ ਪਾਈ। ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ, ਉਹਦੇ ਹੁਕਮ ਨੂੰ ਸਮਝਦਾ ਹੈ, ਤੇ ਫਿਰ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਮਰਦ ਕਹਿੰਦੇ ਨੇ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਨਾ, ਇਹਦੇ ਤੋਂ ਵੱਡੀ ਉਹਨਾਂ ਦੀ ਹੋਰ ਕੋਈ ਗੱਲ ਹੈ ਹੀ ਨਹੀਂ। ਇਹ ਦੋ ਪੰਕਤੀਆਂ ਦੇ ਅਰਥ ਇੱਥੇ ਕਲੀਅਰ ਹੋਣਗੇ ਕਿ ਸਭ ਤੋਂ ਵੱਡੀ ਗੱਲ ਇਹੋ ਹੀ ਆ ਵੀ ਰੱਬ ਮਨ ਦੇ ਵਿੱਚ ਵਸ ਜਾਵੇ। ਉੱਤੇ ਵਿਚਾਰ ਵਾਲੀ ਕੋਈ ਗੱਲ ਹੈ ਹੀ ਨਹੀਂ ਹੈ। ਬੰਧਨ ਤੋੜ ਭਏ ਨਿਰਵੈਰ। ਫਿਰ ਉਹ ਬੰਦੇ ਬੰਧਨਾਂ ਨੂੰ ਤੋੜ ਕੇ ਨਿਰਵੈਰ ਹੋ ਜਾਂਦੇ ਨੇ। ਅਨ ਦਿਨ ਪੂਜੇ ਹਨ ਗੁਰ ਕੇ ਪੈਰ। ਤੇ ਦਿਨ ਰਾਤ ਗੁਰੂ ਦੇ ਪਿਆਰ ਦੇ ਵਿੱਚ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਚਰਨ ਪੂਜਦੇ ਨੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਮਹਾਰਾਜ ਕਹਿੰਦੇ ਨੇ ਵੀ ਉਹ ਮਨੁੱਖਾਂ ਦਾ ਆਵੀ ਜਨਮ ਜਿਹੜਾ ਹੈ ਇਸ ਲੋਕ ਦੇ ਵਿੱਚ ਜਿਉਂਦੇ ਜੀ ਵੀ ਸੌਖੇ ਨੇ, ਪਰ ਲੋਕ ਜਿਹੜਾ ਅਜੇ ਸਮਾਂ ਆਉਣ ਵਾਲਾ ਹੈ, ਜੋ ਫਿਊਚਰ ਹੈ ਸਾਡਾ, ਉਹ ਕਿਸੇ ਵੀ ਲੰਮੇ ਸਮੇਂ ਦਾ ਵੀ ਹੋ ਸਕਦਾ ਹੈ। ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਕਿ ਕੀ ਛੋਟਾ ਹੈ ਤੇ ਕੀ ਵੱਧ ਹੈ। ਸਾਨੂੰ ਇਸ ਜ਼ਿੰਦਗੀ ਦੀ ਅਜੇ ਇੰਨੀ ਕੁ ਸਮਝ ਹੈ ਤੇ ਜੋ ਅੱਗੇ ਆਉਣ ਵਾਲਾ ਹੈ ਉਹਨੂੰ ਕਹਿ ਸਕਦੇ ਹਾਂ ਪ੍ਰਲੋਕ, ਜੋ ਅਜੇ ਸਾਡੀਆਂ ਅੱਖਾਂ ਤੋਂ ਓਹਲੇ ਹੈ। ਉਹਨਾਂ ਬੰਦਿਆਂ ਦਾ ਪ੍ਰੈਜ਼ੈਂਟ ਤੇ ਫਿਊਚਰ, ਉਹਨਾਂ ਬੰਦਿਆਂ ਦਾ ਲੋਕ ਤੇ ਪ੍ਰਲੋਕ, ਮਹਾਰਾਜ ਕਹਿੰਦੇ ਇਹ ਸੌਖੇ ਹੋ ਜਾਂਦੇ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ। ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾਇਆ। ਸਾਧ ਸੰਗ ਮਿਲ ਕਰੋ ਆਨੰਦ। ਸਤਿਗੁਰੂ ਕਹਿੰਦੇ ਐ ਭਾਈ ਸੰਗਤ ਦੇ ਵਿੱਚ ਮਿਲ ਕੇ ਤੇ ਆਨੰਦ ਮਾਣੋ। ਤੇ ਕੀ ਕਰੋ ਤੁਸੀਂ? ਗੁਣ ਗਾਵੋ ਪ੍ਰਭ ਪਰਮਾਨੰਦ। ਪਰਮ ਆਨੰਦ ਦੇਣ ਵਾਲੇ ਰੱਬ ਦੇ ਗੁਣ ਗਾਓ। ਇਹ ਆਨੰਦ ਤੁਸੀਂ ਸੰਗਤ ਦੇ ਵਿੱਚ ਆ ਕੇ ਮਾਣੋ।
ਰਾਮ ਨਾਮ ਤਤ ਕਰੋ ਵਿਚਾਰ। ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਸਾਰੀਆਂ ਚੀਜ਼ਾਂ ਦਾ ਜੋ ਤਤ ਹੈ, ਮੂਲ ਹੈ, ਉਹਦੀ ਵਿਚਾਰ ਕਰੋ। ਦੁਰਲਭ ਦੇਹ ਕਾ ਕਰੋ ਉਧਾਰ। ਤੇ ਆਪਣੀ ਦੁਰਲਭ ਦੇਹੀ ਜਿਹੜੀ ਬੜੇ ਲੰਮੇ ਸਮੇਂ ਬਾਅਦ ਮਿਲੀ ਹੈ ਨਾ, ਇਹਨੂੰ ਪਾਰ ਕਰ ਲਿਓ। ਫਿਰ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਰੱਬ ਦੇ ਅੰਮ੍ਰਿਤ ਵਰਗੇ ਬਚਨਾਂ ਨੂੰ ਗਾਓ, ਬਾਣੀ ਨੂੰ ਗਾਓ। ਪ੍ਰਾਣ ਤਰਨ ਕਾ ਇਹ ਸੁਆਓ। ਭਾਈ ਸਵਾਸਾਂ ਨੂੰ ਸਫਲੇ ਕਰਨ ਦਾ ਇਹੀ ਤਰੀਕਾ ਹੈ ਕਿ ਰੱਬ ਦੀ ਬਾਣੀ ਨੂੰ ਜਿੰਨਾ ਹੋ ਸਕੇ ਅਸੀਂ ਗਾਈਏ। ਆਠ ਪਹਿਰ ਪ੍ਰਭ ਦੇਖੋ ਨੇਰਾ। ਅੱਠੇ ਪਹਿਰ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਵਸਦਾ ਮਹਿਸੂਸ ਕਰੋ। ਸੁਨ ਮਿਟੇ ਅਗਿਆਨ ਬਿਨਸੈ ਅੰਧੇਰਾ। ਤੇ ਜੇ ਤੁਸੀਂ ਅੱਠੇ ਪਹਿਰ ਰੱਬ ਨੂੰ ਨੇੜੇ ਵਸਦਾ ਮਹਿਸੂਸ ਕਰਦੇ ਹੋ ਤੇ ਸਤਿਗੁਰੂ ਕਹਿੰਦੇ ਏਦਾਂ ਤੁਹਾਡੀ ਅਗਿਆਨਤਾ ਮਿਟ ਜਾਵੇਗੀ। ਤੇ ਨਾਲ ਕੀ ਹੋਵੇਗਾ, ਤੁਹਾਡੇ ਅੰਦਰੋਂ ਵਿਕਾਰਾਂ ਦਾ ਹਨੇਰਾ ਜਿਹੜਾ ਹੈ ਨਾ, ਅਗਿਆਨਤਾ ਦਾ ਹਨੇਰਾ ਹੈ, ਉਹ ਦੂਰ ਹੋ ਜਾਵੇਗਾ। ਜਿਹਨੂੰ ਤਮ ਸੰਸਾਰ ਕਿਹਾ ਹੈ ਨਾ, ਸਤਿਗੁਰੂ ਕਹਿੰਦੇ ਉਹ ਦੂਰ ਹੋ ਜਾਵੇਗਾ। ਸੁਨ ਉਪਦੇਸ਼ ਹਿਰਦੈ ਵਸਾਓ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਤੇ ਦਿਲ ਦੇ ਵਿੱਚ ਵੀ ਵਸਾਓ। ਮਨ ਇਛੇ ਨਾਨਕ ਫਲ ਪਾਵੋ। ਤੇ ਫਿਰ ਜੋ ਤੁਸੀਂ ਮਨ ਦੇ ਵਿੱਚ ਇੱਛਾਵਾਂ ਕਰਦੇ ਜੇ, ਉਹ ਤੁਹਾਨੂੰ ਮੰਗਾਂ ਪੂਰੀਆਂ ਹੋ ਜਾਣਗੀਆਂ, ਫਲ ਮਿਲ ਜਾਣ। ਹਲਤ ਪਲਤ ਦੋਇ ਲਿਹੋ ਸਵਾਰ। ਇਹ ਭਾਈ ਆਪਣਾ ਲੋਕ ਤੇ ਪ੍ਰਲੋਕ ਸਵਾਰ ਲਵੋ। ਕਿਵੇਂ? ਰਾਮ ਨਾਮ ਅੰਤਰ ਉਰ ਧਾਰ। ਰੱਬ ਦੇ ਨਾਮ ਨੂੰ ਆਪਣੇ ਅੰਦਰ ਧਾਰਨ ਕਰਕੇ, ਜਿੱਦਾਂ ਲੋਕ ਤੇ ਪ੍ਰਲੋਕ ਹੈ, ਇਦਾਂ ਹਲਤ ਤੇ ਪਲਤ ਹੈ। ਇਹ ਲੋਕ ਤੇ ਉਹ ਪ੍ਰਲੋਕ। ਪੂਰੇ ਗੁਰ ਕੀ ਪੂਰੀ ਦੀਖਿਆ। ਸਤਿਗੁਰੂ ਕਹਿੰਦੇ ਨੇ ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਅਸਲ ਦੇ ਵਿੱਚ ਪੂਰੇ ਗੁਰੂ ਦੀ ਸਿੱਖਿਆ, ਉਹ ਜਿਹੜੀ ਹੈ ਨਾ, ਜਿਹੜੀ ਪੂਰੀ ਸਿੱਖਿਆ ਹੁੰਦੀ ਹੈ। ਇੱਕ ਤਾਂ ਹੁੰਦਾ ਨਾ ਵੀ ਇਨਫੋਰਮੇਸ਼ਨ ਤੇ ਹੈ ਪਰ ਢਿੱਲੀ ਜੀ ਹੈ, ਉਹਦਾ ਪਤਾ ਨਹੀਂ ਫਾਇਦਾ ਹੋਣਾ ਕਿ ਨਹੀਂ। ਪਰ ਗੁਰੂ ਕਿੱਦਾਂ ਦਾ ਹੈ? ਜਿਹਦੀ ਸਿੱਖਿਆ ਵੀ ਪੂਰੀ ਹੈ, ਕਿਉਂਕਿ ਗੁਰੂ ਆਪ ਪੂਰਾ ਹੈ। ਹਾਂ, ਜਿਹਦੇ ਮਨ ਦੇ ਵਿੱਚ ਵਸਦੀ ਹੈ ਤਿਸ ਸਾਚ ਪ੍ਰੀਖਿਆ, ਉਹਨੂੰ ਰੱਬ ਦੇ ਬਾਰੇ ਸਮਝ ਆ ਜਾਂਦੀ ਹੈ ਵੀ ਰੱਬ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਪਰਖ ਦਾ ਮਤਲਬ ਹੈ ਪ੍ਰੀਖਿਆ ਤੋਂ। ਗੁਰੂ ਸਾਹਿਬ ਕਹਿੰਦੇ ਨੇ ਮਨ ਤਨ ਨਾਮ ਜਪੋ ਲਿਵ ਲਾਏ। ਇਸ ਕਰਕੇ ਭਾਈ ਮਨ ਕਰਕੇ, ਤਨ ਕਰਕੇ, ਲਿਵ ਲਾ ਕੇ ਮਾਲਕ ਦੇ ਨਾਮ ਨੂੰ ਜਪੋ। ਇਹਦੇ ਨਾਲ ਕੀ ਹੋਵੇਗਾ? ਦੁੱਖ ਦਰਦ ਮਨ ਤੇ ਭਉ ਜਾਏ। ਤੁਹਾਡਾ ਦੁੱਖ, ਤੁਹਾਡਾ ਦਰਦ ਤੇ ਡਰ ਇਹ ਮਨ ਤੋਂ ਦੂਰ ਹੋ ਜਾਏਗਾ। ਸੱਚ ਵਪਾਰ ਕਰੋ ਵਪਾਰੀ। ਇਹ ਵਪਾਰੀ ਜੀਵ, ਸਾਨੂੰ ਸਾਰਿਆਂ ਨੂੰ ਮਹਾਰਾਜ ਨੇ ਕਿਹਾ ਜੋ ਨਾਮ ਵਰਤਣ ਦੇ ਲਈ, ਨਾਮ ਦਾ ਵਪਾਰ ਕਰਨ ਦੇ ਲਈ ਆਏ ਹਾਂ। ਦਾਤਾਰ ਕਹਿੰਦੇ ਨੇ ਭਾਈ ਨਾਮ ਦਾ ਵਪਾਰ ਕਰੋ, ਰੱਬ ਦੇ ਗੁਣਾਂ ਦਾ ਵਪਾਰ ਕਰੋ। ਇਹਦੇ ਨਾਲ ਹੋਵੇਗਾ ਕਿ ਦਰਗਾਹ ਨਿਭੈ ਖੇਪ ਤੁਮਾਰੀ। ਰੱਬ ਦੇ ਘਰ ਦੇ ਵਿੱਚ ਤੁਹਾਡਾ ਸੌਦਾ ਨਿਭ ਜਾਵੇਗਾ। ਭਾਵ ਕਿ ਜਦੋਂ ਤੁਸੀਂ ਵਿਖਾਓਗੇ ਨਾ ਵੀ ਸਾਡੇ ਕੋਲ ਆਹ ਸੌਦਾ ਹੈ, ਤੇ ਮਾਲਕ ਇਸ ਸੌਦੇ ਨੂੰ ਕਬੂਲ ਕਰ ਲਵੇਗਾ। ਇਸ ਕਰਕੇ ਰੱਬ ਦੇ ਗੁਣਾਂ ਨੂੰ ਗਾਓ। ਏਕਾ ਟੇਕ ਰੱਖੋ ਮਨ ਮਾਹੇ। ਆਪਣੇ ਮਨ ਦੇ ਵਿੱਚ ਇੱਕ ਵਾਹਿਗੁਰੂ ਦੀ ਆਸ ਰੱਖੋ, ਟੇਕ ਰੱਖੋ। ਨਾਨਕ ਬਹੁਰ ਨਾ ਆਵਹਿ ਜਾਹੇ। ਸਤਿਗੁਰੂ ਕਹਿੰਦੇ ਫਿਰ ਇਹ ਭਾਈ ਇਦਾਂ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ, ਉਹ ਖਤਮ ਹੋ ਜਾਵੇਗਾ। ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ। ਸਤਿਗੁਰੂ ਕਹਿੰਦੇ ਨੇ ਉਸ ਰੱਬ ਤੋਂ ਪਰੇ ਕੋਈ ਕਿੱਥੇ ਜਾ ਸਕਦਾ ਹੈ? ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ। ਭਾਈ ਜੀਵ ਤੇ ਬਚ ਹੀ ਰੱਬ ਨੂੰ ਸਿਮਰ ਕੇ ਸਕਦਾ ਹੈ। ਉਬਰੈ ਤੇ ਉਬਰੈ, ਉਬਰੈ ਦਾ ਭਾਵ ਹੁੰਦਾ ਹੈ ਬਚਣਾ, ਉਬਰੈ ਦਾ ਭਾਵ ਹੈ ਉੱਭਰ ਆਉਣਾ, ਜਿਹੜੀ ਕੋਈ ਚੀਜ਼ ਸਾਹਮਣੇ ਨਜ਼ਰ ਆ ਜਾਂਦੀ। ਨਿਰਭਉ ਜਪੈ ਸਗਲ ਭਉ ਮਿਟੈ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਨਿਰਭਉ ਰੱਬ ਨੂੰ ਜਪਦਾ ਹੈ, ਉਹਦੇ ਸਾਰੇ ਡਰ ਭਉ ਮਿਟ ਜਾਂਦੇ ਨੇ। ਤੇ ਫਿਰ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤੇ ਉਹ ਬੰਦਾ ਰੱਬ ਦੀ ਕਿਰਪਾ ਦੇ ਨਾਲ ਡਰਾਂ ਤੋਂ, ਵਹਿਮਾਂ ਤੋਂ, ਹਰ ਇੱਕ ਚੀਜ਼ ਤੋਂ ਛੁੱਟ ਜਾਂਦਾ ਹੈ, ਖਲਾਸੀ ਪਾ ਲੈਂਦਾ ਹੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ। ਮਹਾਰਾਜ ਕਹਿੰਦੇ ਜਿਹਨੂੰ ਰੱਬ ਰੱਖ ਲੈਂਦਾ ਹੈ ਨਾ, ਉਹਨੂੰ ਕੋਈ ਦੁੱਖ ਨਹੀਂ, ਉਹਨੂੰ ਕੋਈ ਦੁੱਖ ਨਹੀਂ ਵਿਆਪਦਾ ਹੈ। ਪਰ ਨਾਮ ਜਪਤ ਮਨ ਹੋਵਤ ਸੂਖ। ਨਾਮ ਜਪਦਿਆਂ ਉਹਨਾਂ ਦੇ ਮਨ ਦੇ ਵਿੱਚ ਸੁੱਖ ਪੈਦਾ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਚਿੰਤਾ ਜਾਏ ਮਿਟੈ ਅਹੰਕਾਰ। ਉਹਦੀ ਹਰ ਇੱਕ ਤਰੀਕੇ ਦੀ ਚਿੰਤਾ ਚਲੀ ਜਾਂਦੀ ਹੈ, ਉਹਦਾ ਹੰਕਾਰ ਮਿਟ ਜਾਂਦਾ ਹੈ। ਕਿਦਾਂ? ਨਾਮ ਤਿਸ ਜਨ ਕੋ ਕੋਇ ਨਾ ਪਹੁੰਚਨ ਹਾਰ। ਤੇ ਕੋਈ ਵੀ ਬੰਦਾ ਉਸ ਜਨ ਦੀ ਬਰਾਬਰੀ ਨਹੀਂ ਕਰ ਸਕਦਾ ਜਿਹੜਾ ਨਾਮ ਜਪਦਾ ਹੈ। ਸਿਰ ਉੱਪਰ ਠਾਡਾ ਗੁਰਸੂਰਾ। ਜਿਸ ਬੰਦੇ ਦੇ ਸਿਰ ਦੇ ਉੱਤੇ ਗੁਰੂ ਸੂਰਮਾ ਖਲੋਤਾ ਹੈ। ਠਾਡਾ ਦਾ ਮਤਲਬ ਹੁੰਦਾ ਹੈ, ਇਹਨੂੰ ਠਾਂਡਾ ਨਹੀਂ ਪੜਾਂਗੇ, ਠਾਡਾ ਦਾ ਮਤਲਬ ਹੁੰਦਾ ਹੈ ਖਲੋਤਾ, ਭਾਵ ਕਿ ਬਖਸ਼ਿਸ਼ ਕਰਦਾ ਪਿਆ ਹੈ, ਜਿਹਦੀ ਰੱਖਿਆ ਕਰਦਾ ਪਿਆ ਹੈ ਪੂਰਾ ਗੁਰੂ। ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ। ਸਤਿਗੁਰੂ ਕਹਿੰਦੇ ਉਸ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ, ਕੰਪਲੀਟ ਹੋ ਜਾਂਦੇ ਨੇ। ਫਿਰ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ। ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਜਿਸ ਪ੍ਰਭੂ ਦੀ ਸਮਝ ਬੜੀ ਪੂਰੀ ਹੈ, ਮਤਲਬ ਕਿਸੇ ਵੀ ਗੱਲ ਤੋਂ ਉਹ ਭੁੱਲਿਆ ਹੋਇਆ ਨਹੀਂ ਹੈ। ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਜਿਹਦੇ ਦਰਸ਼ਨ ਕਰਨ ਮਾਤਰ ਹੀ ਮਤਲਬ ਸਾਰੇ ਸੰਸਾਰ ਦਾ ਉਧਾਰ ਹੋ ਜਾਂਦਾ ਹੈ।
ਚਰਨ ਕਮਲ ਜਾ ਕੇ ਅਨੂਪ, ਜਿਹਦੇ ਕਮਲ ਵਰਗੇ ਕੋਮਲ ਚਰਨ ਜਿਹੜੇ ਨੇ ਨਾ, ਕੋਮਲਤਾ ਦਾ ਭਾਵ ਤੇ ਸੁੰਦਰਤਾ ਦਾ ਭਾਵ ਲੈਣਾ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹ ਬੜੇ ਬੇਅੰਤ ਨੇ, ਅਪਾਰ ਨੇ, ਸਫਲ ਦਰਸ਼ਨ ਸੁੰਦਰ ਹਰ ਰੂਪ, ਜਿਹਦਾ ਦਰਸ਼ਨ ਬੜਾ ਸੁੰਦਰ ਹੈ ਭਾਵ ਤੇ ਜਿਹਦਾ ਦਰਸ਼ਨ ਸਫਲ ਹੈ, ਮਤਲਬ ਬੇਕਾਰ ਨਹੀਂ ਹੈ, ਇਹਦਾ ਦਰਸ਼ਨ ਸਾਰੀਆਂ ਮੰਗਾਂ ਪੂਰੀਆਂ ਕਰਨ ਵਾਲਾ ਹੈ। ਧੰਨ ਸੇਵਾ ਸੇਵਕ ਪ੍ਰਵਾਨ, ਮਹਾਰਾਜ ਕਹਿੰਦੇ ਨੇ ਕਿ ਉਹਦਾ ਸੇਵਕ ਜਿਹੜਾ ਹੈ ਨਾ ਉਹ ਧੰਨ ਹੈ ਤੇ ਸੇਵਕ ਪ੍ਰਵਾਨ ਹੋ ਜਾਂਦਾ ਹੈ। ਅੰਤਰਜਾਮੀ ਪੁਰਖ ਪ੍ਰਧਾਨ, ਉਹ ਰੱਬ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਜਿਸ ਮਨ ਬਸੈ ਸੋ ਹੋਤ ਨਿਹਾਲ, ਜਿਸ ਬੰਦੇ ਦੇ ਮਨ ਦੇ ਵਿੱਚ ਵਾਹਿਗੁਰੂ ਵਸਦਾ ਹੈ, ਸਤਿਗੁਰੂ ਕਹਿੰਦੇ ਉਹ ਨਿਹਾਲ ਹੋ ਜਾਂਦਾ ਹੈ। ਤਾਕੈ ਨਿਕਟਣਾ ਆਵਤ ਕਾਲ, ਫਿਰ ਕਿਸੇ ਵੀ ਤਰੀਕੇ ਦੀ ਮੌਤ ਦਾ ਡਰ ਉਹਦੇ ਲਾਗੇ ਨਹੀਂ ਆਉਂਦਾ ਹੈ। ਅਮਰ ਭਏ ਅਮਰਾ ਪਦ ਪਾਇਆ, ਹਜ਼ੂਰ ਕਹਿੰਦੇ ਨੇ ਸਾਧ ਸੰਗ ਨਾਨਕ ਹਰ ਧਿਆਇਆ, ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਆ ਕੇ ਮਾਲਕ ਦੇ ਨਾਮ ਨੂੰ ਧਿਆਇਆ ਹੈ ਨਾ, ਉਹ ਅਮਰ ਹੋ ਗਏ, ਉਹਨਾਂ ਨੇ ਅਮਰ ਪਦ ਨੂੰ ਪ੍ਰਾਪਤ ਕਰ ਲਿਆ ਹੈ। ਅਗਲਾ ਸ਼ਲੋਕ ਹੈ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅੰਜਨ ਦਾ ਮਤਲਬ ਹੁੰਦਾ ਹੈ ਕਾਲਕ, ਜਿੱਦਾਂ ਸੁਰਮਾ ਹੁੰਦਾ ਹੈ ਨਾ, ਕਾਲੇ ਰੰਗ ਦਾ ਥੋੜਾ ਜਿਹਾ ਸੁਰਮਾ ਹੁੰਦਾ, ਤੁਸੀਂ ਹੱਥ ਦੇ ਵਿੱਚ ਲਾ ਕੇ ਵੇਖੋਗੇ ਜਾਂ ਅੱਖ ਦੇ ਉੱਤੇ ਲੱਗ ਜਾਵੇ, ਉਸੇ ਵੇਲੇ ਪਤਾ ਲੱਗ ਜਾਂਦਾ ਹੈ ਕਿ ਉਹ ਜਿਹੜਾ ਹੈ ਉਹ ਕਾਲੇ ਰੰਗ ਦਾ ਹੈ ਥੋੜਾ ਥੋੜਾ। ਹਜ਼ੂਰ ਕਹਿੰਦੇ ਨੇ ਇਦਾਂ ਇੱਕ ਹੁੰਦਾ ਹੈ ਜਿੱਦਾਂ ਬਾਹਰ ਦੇ ਲੋਕ ਸੁਰਮਾ ਪਾਉਂਦੇ ਨੇ ਨਾ, ਇਦਾਂ ਇੱਕ ਗਿਆਨ ਦਾ ਸੁਰਮਾ ਹੁੰਦਾ ਹੈ ਜਿਹੜਾ ਗੁਰੂ ਸਾਡੀਆਂ ਅੱਖਾਂ ਦੇ ਵਿੱਚ ਪਾਉਂਦਾ ਹੈ। ਆਸਾ ਦੀ ਵਾਰ ਚ ਇਹਨੂੰ ਪੜ੍ਹਦੇ ਹਾਂ, ਗਿਆਨ ਅੰਜਨ ਜਿਹੜਾ ਹੈ ਉਹ ਇੰਨੀ ਨੇਤਰੀ ਜਗਤ ਨਿਹਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਸਤਿਗੁਰ ਵਿੱਚ ਹੁੰਗਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਗੁਰੂ ਦੇ ਉਪਦੇਸ਼ ਦੇ ਨਾਲ ਇਹ ਸੁਰਮਾ ਸਾਡੀਆਂ ਅੱਖਾਂ ਦੇ ਵਿੱਚ ਪੈਂਦਾ ਹੈ, ਸਾਡੇ ਦਿਲ ਦੇ ਵਿੱਚ ਵਸਦਾ ਹੈ। ਉਹ ਕੀ ਹੈ? ਗਿਆਨ ਅੰਜਨ, ਜਿਸ ਬੰਦੇ ਨੂੰ ਗੁਰੂ ਨੇ ਗਿਆਨ ਦਾ ਸੁਰਮਾ ਬਖਸ਼ਿਆ, ਅਗਿਆਨ ਅੰਧੇਰ ਵਿਨਾਸ਼, ਤੇ ਜਿਹਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਭਾਵ ਜਿਹਨੂੰ ਗੁਰੂ ਨੇ ਗਿਆਨ ਦਾ ਸੁਰਮਾ ਬਖਸ਼ ਦਿੱਤਾ ਨਾ, ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ, ਜਿਹੜੇ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਰੱਬ ਨੂੰ ਮਿਲਿਆ, ਬੜੇ ਕਮਾਲ ਦੀ ਗੱਲ ਹੈ। सर्च करना पड़ेगा, ट्रैकिंग नंबर वो बता देगा कि ट्रांजिट में है, डिलीवर्ड है या क्या है। हाँ डिलीवर्ड सभी आते हैं, देगा ना आंटी के साइन करो। बड़ी डिस्टरबेंस आ रही है बीच, बहुत डिस्टरबेंस है। कोई नहीं भाई, उन्होंने पोस्ट ऑफिस से भेजा, ये तो बड़े चालाक है, क्योंकि कोरियर वाले तो लेते कोरियर वाले को तो भगा देंगे ना, पढ़ के भी भगा देंगे। सब नो म्यूट ना, हां बीच में म्यूट कर दो, सब नो बंद करो जी। ਵਾਹਿਗੁਰੂ ਜੀ ਕੋਸ਼ਿਸ਼ ਕਰਿਆ ਕਰੋ ਮਾਈਕ ਆਪਣੇ ਬੰਦ ਰੱਖਣ ਦੀ, ਫਿਰ ਬਾਕੀ ਸੰਗਤ ਡਿਸਟਰਬ ਹੋ ਜਾਂਦੀ ਹੈ, ਹੋਰ ਕੋਈ ਚੱਕਰ ਨਹੀਂ ਹੈਗਾ। ਹਰ ਕਿਰਪਾ ਤੇ, ਹਰੀ ਦੀ ਕਿਰਪਾ ਦੇ ਨਾਲ ਸੰਤ ਭੇਟਿਆ, ਜਿਨ੍ਹਾਂ ਨੇ ਗੁਰੂ ਨੂੰ ਮਿਲੇ ਨੇ। ਇਹ ਵੇਖੋ, ਇਹ ਗੁਰਮਤ ਦਾ ਨਾ ਇੱਕ ਏਦਾਂ ਦਾ ਪਾਸਾ ਹੈ, ਰੱਬ ਕਿਰਪਾ ਕਰੇ ਤੇ ਗੁਰੂ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ, ਤੇ ਗੁਰੂ ਕਿਰਪਾ ਕਰੇ ਤੇ ਰੱਬ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ। ਭਾਵ ਕਿ ਸਭ ਤੋਂ ਪਹਿਲਾ ਵਸੀਲਾ ਜਿਹੜਾ ਹੈ ਨਾ, ਉਹ ਰੱਬ ਨੇ ਕਿਰਪਾ ਕਰਨੀ ਹੈ, ਵੀ ਉਹਨੇ ਇਹੋ ਜਿਹੀ ਖੇਡ ਬਣਾ ਦੇਣੀ, ਸਾਨੂੰ ਗੁਰੂ ਦੇ ਬਾਰੇ ਕੁਝ ਸਮਝ ਲੱਗ ਜਾਣੀ ਹੈ, ਫਿਰ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ, ਸਾਨੂੰ ਰੱਬ ਦੀ ਸਮਝ ਆ ਜਾਂਦੀ ਹੈ ਕਿ ਏਦਾਂ ਦੀ ਖੇਡ ਚੱਲਦੀ ਹੈ। ਹਰੀ ਦੀ ਕਿਰਪਾ ਦੇ ਨਾਲ ਸੰਤ ਭੇਟਿਆ, ਜਿਨ੍ਹਾਂ ਨੇ ਰੱਬ ਨੂੰ, ਵਾਹਿਗੁਰੂ ਹਰੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਗੁਰੂ ਨੂੰ ਮਿਲਿਆ ਹੈ ਨਾ, ਨਾਨਕ ਮਨ ਪ੍ਰਗਾਸ, ਉਹਨਾਂ ਦੇ ਮਨ ਦੇ ਵਿੱਚ ਚਾਨਣ ਹੋ ਜਾਂਦਾ ਹੈ। ਕਿਹੜਾ ਚਾਨਣ ਹੁੰਦਾ ਹੈ? ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਜਿਨ੍ਹਾਂ ਨੇ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਰੱਬ ਨੂੰ ਆਪਣੇ ਅੰਦਰ ਵਸਦਾ ਮਹਿਸੂਸ ਕਰ ਲਿਆ ਹੈ। ਨਾਮ ਪ੍ਰਭੂ ਕਾ ਲਾਗਾ ਮੀਠਾ, ਭਾਈ ਉਹਨਾਂ ਨੂੰ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਸਗਲ ਸਮਗਰੀ ਇੱਕ ਸਕਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ। ਮਰਦ ਕਹਿੰਦੇ ਨੇ ਵੀ ਉਹਨੂੰ ਜਿੰਨੇ ਵੀ ਸਮਗਰੀ ਹੈ ਨਾ, ਉਹ ਸਾਰੀ ਇੱਕ ਰੱਬ ਦੇ ਵਿੱਚ ਸਮਾਈ ਹੋਈ ਪ੍ਰਤੀਤ ਹੁੰਦੀ ਹੈ, ਰੱਬ ਦਾ ਰੂਪ ਪ੍ਰਤੀਤ ਹੁੰਦੀ ਹੈ। ਉਹਨੂੰ ਇੰਜ ਲੱਗਦਾ ਵੀ ਅਨੇਕ ਰੰਗ ਨੇ, ਰੰਗ ਅਨੇਕਾਂ ਨੇ, ਜਿਹੜੇ ਨਾਨਾ ਦ੍ਰਿਸ਼ਟਾ ਹੈ, ਜਿਹੜੇ ਵੱਖਰੇ ਵੱਖਰੇ ਨਜ਼ਰ ਆਉਂਦੇ ਨੇ, ਪਰ ਹੈ ਮਾਲਕ ਇੱਕ ਹੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਹੈ ਨਾ, ਉਹ 9 ਨਿਧੀਆਂ ਦਾ ਖਜ਼ਾਨਾ ਹੈ, ਭਾਵ ਕਿ ਸਾਰੇ ਖਜ਼ਾਨੇ ਇਸ ਨਾਮ ਦੇ ਵਿੱਚ ਨੇ। ਗੁਰੂ ਸਾਹਿਬ ਕਹਿੰਦੇ ਨੇ ਸਭ ਵਡਿਆਈਆਂ ਹਰ ਨਾਮ ਵਿੱਚ, ਜੇ ਗੁਰਮੁਖ ਹਰ ਗੁਰਮੁਖ ਧਿਆਈ ਹੈ, ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿਤ ਲਾਈ ਹੈ। ਨਾਮ ਦੇ ਵਿੱਚ ਸਾਰੇ ਖਜ਼ਾਨੇ ਨੇ, ਇਸ ਕਰਕੇ ਮਹਾਰਾਜ ਕਹਿੰਦੇ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭੂ ਦਾ ਨਾਮ 9 ਨਿਧੀਆਂ ਦਾ ਖਜ਼ਾਨਾ ਹੈ। ਤੇ ਹੀ ਮੈਂ ਇਸਕਾ ਵਿਸ਼ਰਾਮ, ਤੇ ਇਹਦਾ ਜਿਹੜਾ ਵਿਸ਼ਰਾਮ ਹੈ ਨਾ, ਟਿਕਾਣਾ ਹੈ,
ਉਹ ਸਾਡੇ ਸਰੀਰ ਦੇ ਅੰਦਰ ਰੱਬ ਨੇ ਪਾਇਆ। ਸੁਨ ਸਮਾਦ ਅਨਹਤ ਅਹਨਾਦ, ਸਤਿਗੁਰੂ ਕਹਿੰਦੇ ਭਾਈ ਇਸ ਨਾਮ ਨੂੰ ਸਮਝ ਲਿਆ ਹੀ ਵਾਹਿਗੁਰੂ ਨੇ ਉਹਨੂੰ ਪਤਾ ਲੱਗ ਜਾਂਦਾ ਹੈ ਆਪਣੀ ਸੁਨ ਸਮਾਧੀ ਦੇ ਵਿੱਚ ਕਿ ਅਨਹਦ ਨਾਦ, ਜਿਨ੍ਹਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਨਾ, ਜਿਹੜੀਆਂ ਚੀਜ਼ਾਂ ਨੂੰ ਸਤਿਗੁਰੂ ਕਹਿੰਦੇ ਨੇ ਇੱਕ ਆਨੰਦ ਬਣਿਆ ਰਹਿੰਦਾ ਹੈ। ਜਿੱਦਾਂ ਕੋਈ ਅੰਦਰ ਤੋਂ ਮਿਊਜ਼ਿਕ ਸੁਣਦਾ ਹੈ ਨਾ ਬੰਦੇ ਨੂੰ, ਸਿਰਫ ਇੱਕ ਅਰਥਾਂ ਦੇ ਵਿੱਚ ਹੈ, ਇਹ ਨਹੀਂ ਕਿ ਬਾਹਰ ਦੀ ਮਿਊਜ਼ਿਕ ਵਰਗਾ ਅਰਥ ਹੈ, ਪਰ ਇਹਦਾ ਭਾਵ ਟੇਸਟ ਤੋਂ ਲਿਆ ਹੁੰਦਾ ਹੈ। ਜਿੱਦਾਂ ਸੰਗੀਤ ਸੁਣ ਕੇ ਟੇਸਟ ਆਉਂਦਾ ਹੈ ਨਾ, ਇਹਦਾ ਅਨਹਦ ਦਾ ਇੱਕ ਟੇਸਟ ਹੈ, ਸਵਾਦ ਹੈ। ਸਤਿਗੁਰੂ ਕਹਿੰਦੇ ਨੇ ਕਹਿਣ ਨਾ ਜਾਈ ਅਚਰਜ ਬਿਸਮਾਦ, ਤੇ ਇਸ ਅਵਸਥਾ ਨੂੰ ਬੋਲਿਆ ਨਹੀਂ ਜਾ ਸਕਦਾ। ਤਿੰਨ ਦੇਖਿਆ ਜਿਸ ਆਪ ਦਿਖਾਏ, ਹਜ਼ੂਰ ਕਹਿੰਦੇ ਪਰ ਇਹ ਸਵਾਦ ਨੂੰ ਵੀ ਉਹੀ ਮਾਣਦਾ ਹੈ ਜਿਹਨੂੰ ਮਾਲਕ ਆਪ ਵਿਖਾਉਂਦਾ ਹੈ। ਨਾਨਕ ਤਿਸ ਜਨ ਸੋਝੀ ਪਾਏ, ਕਿਉਂਕਿ ਸਤਿਗੁਰੂ ਆਪ ਹੀ, ਵਾਹਿਗੁਰੂ ਆਪ ਹੀ ਉਸ ਬੰਦੇ ਨੂੰ ਸੋਝੀ ਬਖਸ਼ਦਾ ਹੈ, ਤਾਂ ਉਹਨੂੰ ਇਹ ਗੱਲ ਪਤਾ ਲੱਗਦੀ ਹੈ। ਜਿਹਨੂੰ ਰੱਬ ਜਿਹੜਾ ਹੈ ਉਹ ਗੁਰੂ ਗਿਆਨ ਦਾ ਸੁਰਮਾ ਪਾ ਦਿੰਦਾ। ਸੋ ਅੰਤਰ ਸੋ ਬਾਹਰ ਅਨੰਤ, ਜਿਹੜਾ ਵਾਹਿਗੁਰੂ ਉਹ ਅੰਦਰ ਤੇ ਬਾਹਰ ਅਨੰਤ ਹੈ, ਹਰ ਥਾਵਾਂ ਦੇ ਉੱਤੇ ਹੈ। ਘਟ ਘਟ ਵਿਆਪ ਰਿਹਾ ਭਗਵੰਤ, ਤੇ ਹਰੇਕ ਥਾਂ ਦੇ ਉੱਤੇ ਵਿਆਪਿਤ ਹੈ, ਹਰ ਥਾਂ ਦੇ ਉੱਤੇ। ਧਰਨ ਮਾਹੇ ਆਕਾਸ਼ ਅਯਾਲ, ਧਰਤੀ ਵਿੱਚ, ਆਕਾਸ਼ ਵਿੱਚ, ਅਯਾਲ ਵਿੱਚ, ਭਾਵ ਕੇ ਪਾਤਾਲ ਵਿੱਚ, ਹਰ ਥਾਂ ਦੇ ਉੱਤੇ ਜੋ ਹੈ ਸਰਬ ਲੋਕ ਪੂਰਨ ਪ੍ਰਤਪਾਲ। ਮਰਦ ਕਹਿੰਦੇ ਸਾਰਿਆਂ ਲੋਕਾਂ ਨੂੰ, ਸਾਰਿਆਂ ਭਵਨਾਂ ਨੂੰ ਉਹ ਪਾਲਣ ਵਾਲਾ ਹੈ। ਵਨ ਤਿੰਨ ਪਰਬਤ ਹੈ ਪਾਰ ਬ੍ਰਹਮ, ਵਣ ਤੇ ਤ੍ਰਿਣ ਦਾ ਮਤਲਬ ਹੁੰਦਾ ਹੈ ਘਾਹ ਦੇ ਟੀਲੇ, ਵਣ ਦਾ ਮਤਲਬ ਹੋ ਗਿਆ ਜੰਗਲ। ਵਨ ਤਿੰਨ ਪਰਬਤ ਹੈ ਪਾਰ ਬ੍ਰਹਮ, ਸਤਿਗੁਰੂ ਕਹਿੰਦੇ ਨੇ ਹਰ ਇੱਕ ਥਾਂ ਦੇ ਉੱਤੇ, ਜੰਗਲ ਵਿੱਚ, ਘਾਹ ਦੇ ਟੀਲਿਆਂ ਦੇ ਵਿੱਚ ਪਾਰ ਬ੍ਰਹਮ ਹੈ। ਜੈਸੀ ਆਗਿਆ ਤੈਸਾ ਕਰਮ, ਜਿਹੋ ਜਿਹਾ ਹੁਕਮ ਉਹ ਜੀਵ ਨੂੰ ਕਰਦਾ ਹੈ, ਜੀਵ ਉਹੋ ਜਿਹਾ ਹੋ ਜਾਂਦਾ ਹੈ। ਜੈਸੀ ਆਗਿਆ ਤੈਸਾ ਕਰਮ। ਫਿਰ ਗੁਰੂ ਸਾਹਿਬ ਕਹਿੰਦੇ ਨੇ ਪੌਣ ਪਾਣੀ ਪੈ ਸੰਤਰ ਮਾਹੇ, ਅਕਾਲ ਪੁਰਖ ਵਾਹਿਗੁਰੂ ਹਵਾ, ਪਾਣੀ, ਅੱਗ, ਇਹਨਾਂ ਸਾਰਿਆਂ ਦੇ ਵਿੱਚ 4 ਕੁੰਟ 10 ਦਿਸੇ ਸਮਾਹੇ। ਚਾਰੇ ਕੁੰਟਾਂ ਦੇ ਵਿੱਚ ਹਰ ਪਾਸੇ ਨਾਰਥ ਸਾਊਥ ਈਸਟ ਆਪਾਂ ਗੱਲ ਪੜ੍ਹਦੇ ਹਾਂ, 10 ਦਿਸ਼ਾਵਾਂ ਦੇ ਵਿੱਚ 4 ਇਹਨਾਂ ਦੀਆਂ ਉਲਟ ਹੋ ਜਾਂਦੀਆਂ ਨੇ, ਨਾਲ ਇਹਨਾਂ ਦੇ ਲੱਗਦੀਆਂ ਨੇ ਇੱਕ ਉੱਪਰ ਵਾਲੀ ਤੇ ਇੱਕ ਧਰਤੀ ਵਾਲੀ, ਇਹ 10 ਦਿਸ਼ਾਵਾਂ ਬਣ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਇਹਨਾਂ ਸਾਰੀਆਂ ਥਾਵਾਂ ਤੇ ਵਾਹਿਗੁਰੂ ਸਮਾਏ ਹੋਏ ਨੇ, ਇਸ ਤੇ ਭਿੰਨ ਨਹੀਂ ਕੋ ਠਾਉ, ਕੋਈ ਵੀ ਥਾਂ ਉਹਦੇ ਤੋਂ ਵੱਖ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਪਰ ਇਹ ਜਿਹੜਾ ਆਨੰਦ ਹੈ ਨਾ, ਸਕੂਨ ਹੈ ਕਿ ਰੱਬ ਸਾਰੀਆਂ ਥਾਵਾਂ ਦੇ ਉੱਤੇ ਹੈ ਤੇ ਸਾਨੂੰ ਉਹ ਮਹਿਸੂਸ ਹੋਵੇ, ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸੁੱਖ ਮਿਲਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਵੇਦ ਪੁਰਾਣ ਸਿਮਰਿਤ ਮਹਿ ਦੇਖ, ਇਹ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਹੈ ਨਾ, ਉਹਨਾਂ ਦੇ ਬਾਰੇ ਗੱਲ ਹੈ ਵੀ ਭਾਈ ਵੇਦਾਂ ਪੁਰਾਣਾ ਸਿਮਰਤੀਆਂ ਦੇ ਵਿੱਚ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ, ਹਰ ਸਿਮਰਨ ਲੱਗ ਵੇਦ ਉਪਾਏ। ਸਤਿਗੁਰੂ ਕਹਿੰਦੇ ਹਰ ਥਾਂ ਤੇ ਮਾਲਕ ਦੇ ਜਲਵੇ ਨੂੰ ਵੇਖ। ਸਸੀਅਰ ਸੂਰ ਨਖਤਰ ਮਹਿ ਏਕ, ਸਸੀਅਰ ਦਾ ਮਤਲਬ ਹੈ ਚੰਦਰਮਾ, ਸੂਰ ਦਾ ਮਤਲਬ ਸੂਰਜ, ਨਖਤਰ ਤਾਰੇ, ਇਹਨਾਂ ਸਾਰੀਆਂ ਗ੍ਰਹਿਾਂ ਦੇ ਵਿੱਚ ਮਾਲਕ ਨੂੰ ਵੇਖ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਇਹਦਾ ਮਤਲਬ ਇਹ ਨਹੀਂ ਹੈ ਕਿ ਇਸ ਬਾਣੀ ਪ੍ਰਭੂ ਦੀ ਜੋ ਹੈ ਉਹ ਸਾਰਿਆਂ ਨੂੰ ਬੋਲਦੀ ਪਈ ਹੈ। ਇਹਦਾ ਮਤਲਬ ਹੈ ਸਭ ਕੋ ਪ੍ਰਭ ਕੀ ਬਾਣੀ ਬੋਲੇ, ਸਭ ਕੋਈ ਪ੍ਰਭੂ ਦੀ ਬਾਣੀ ਨੂੰ ਬੋਲਦਾ ਹੈ, ਭਾਵ ਕਿ ਰੱਬ ਦੀ ਦਿੱਤੀ ਤਾਕਤ ਦੇ ਨਾਲ ਬੋਲਦਾ ਹੈ। ਆਪ ਅਡੋਲ ਨਾ ਕਬਹੂ ਡੋਲੇ, ਮਰਦ ਕਹਿੰਦੇ ਜੀਵਾਂ ਦੇ ਵਿੱਚ ਹੈ ਪਰ ਅਡੋਲ ਹੈ, ਡੋਲਦਾ ਨਹੀਂ ਹੈ ਕਦੀ ਵੀ। ਸਰਬ ਕਲਾ ਕਰ ਖੇਲੇ ਖੇਲ, ਕਈ ਤਰੀਕਿਆਂ ਦੀਆਂ ਤਾਕਤਾਂ ਰਚ ਕੇ ਤੇ ਉਹ ਦੁਨੀਆ ਦੀਆਂ ਖੇਡਾਂ ਖੇਡੀ ਜਾਂਦਾ ਹੈ। ਮੋਲ ਨਾ ਪਾਈ ਹੈ, ਗੁਣ ਹੈ ਅਮੋਲ। ਮਰਦ ਕਹਿੰਦੇ ਉਹਦੇ ਤੇ ਗੁਣ ਅਮੋਲ ਨੇ, ਉਹਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਭਾਵ ਕਿ ਕਿਸੇ ਵੀ ਚੀਜ਼ ਦੇ ਬਦਲੇ ਦੇ ਵਿੱਚ ਉਹਨੂੰ ਨਹੀਂ ਖਰੀਦਿਆ ਜਾ ਸਕਦਾ। ਸਰਬ ਜੋਤ ਮਹਿ ਜਾਕੀ ਜੋਤ। ਸਾਰਿਆਂ ਨੂੰ ਅੱਜ ਦੀ ਪ੍ਰੋਬਲਮ ਆ ਰਹੀ ਹੈ ਜੀ ਵਾਹਿਗੁਰੂ? ਹਾਂਜੀ नहीं वीर जी नहीं, क्लियर आ रही है। नहीं मेरी क्लियर आ रही है। ਵਾਹਿਗੁਰੂ ਸਰਬ ਜੋਤ ਮਹਿ क्लियर है ਜਾਕੀ, जी, क्लियर है। ਸਿਰ ਉਤਾਰੀ ਆਈ ਠੀਕ ਹੈ ਜੀ, ਚਲੋ ਜੀ ਵਾਹਿਗੁਰੂ ਕਿਰਪਾ ਕਰੋ। ਸੁੱਕੀ ਵੀ ਸਰਬ ਜੋਤ ਮਹਿ ਜਾਕੀ ਜੋਤ, ਸਾਰਿਆਂ ਦੀ ਜੋਤ ਜਿਹੜੀ ਹੈ, ਜਿਹੜੀ ਮਾਲਕ ਨੇ, ਅਸੀਂ ਸੋਹਿਲਾ ਸਾਹਿਬ ਚ ਪੜ੍ਹਦੇ ਹਾਂ ਨਾ ਇੱਕ ਗੱਲ ਨੂੰ, ਸਭ ਮਹਿ ਜੋਤ ਜੋਤ ਹੈ ਸੋਏ। ਹਜ਼ੂਰ ਕਹਿੰਦੇ ਜਿੰਨੇ ਵੀ ਸਰੀਰ ਨੇ ਨਾ, ਇਹਨਾਂ ਸਾਰਿਆਂ ਦੇ ਵਿੱਚ ਮਾਲਕ ਦੀ ਜੋਤ ਹੈ, ਸਾਰਿਆਂ ਜੋਤਾਂ ਦੇ ਵਿੱਚ ਮਾਲਕ ਦਾ ਪ੍ਰਕਾਸ਼ ਹੈ। ਧਾਰ ਰਹੇ ਸੁਆਮੀ ਓਤ ਪੋਤ, ਸਾਰੀ ਸ੍ਰਿਸ਼ਟੀ ਦੇ ਨਾਲ ਓਤ ਪ੍ਰੋਤ ਹੈ ਵਾਹਿਗੁਰੂ, ਤਾਣੇ ਪੇਟੇ ਦੇ ਵਾਂਗ ਮਾਲਕ ਚੰਗੀ ਤਰ੍ਹਾਂ ਮਿਲਿਆ ਹੋਇਆ ਹੈ। ਗੁਰ ਪ੍ਰਸਾਦ ਭਰਮ ਕਾ ਨਾਸ, ਮਰਦ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ। ਨਾਨਕ ਤਿਨ ਮਹਿ ਇਹ ਵਿਸ਼ਵਾਸ, ਉਹਨਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਬਣਦਾ ਹੈ, ਇਹ ਯਕੀਨ ਬਣਦਾ ਹੈ ਕਿ ਭਾਈ ਵਾਹਿਗੁਰੂ ਹੀ ਹਰ ਥਾਂ ਦੇ ਉੱਤੇ ਵਿਆਪਕ ਹੈ। ਸੰਤ ਜਨਾਂ ਕਾ ਪੇਖਨ ਸਭ ਬ੍ਰਹਮ, ਵਾਹਿਗੁਰੂ ਬੜੇ ਕਮਾਲ ਦੀ ਇਹ ਅਸ਼ਟਪਦੀ ਹੈ, ਸਾਡੀ ਅਵਸਥਾ ਦੇ ਬਾਰੇ ਹੈ।
ਗੁਰੂ ਸਾਹਿਬ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦਾ ਵੇਖਣਾ ਹੀ ਰੱਬ ਨੂੰ ਵੇਖਣਾ ਹੈ, ਭਾਵ ਕਿ ਜਿੱਥੇ ਵੀ ਨਿਗਾਹ ਜਾਂਦੀ ਉਹਨਾਂ ਨੂੰ ਉੱਥੇ ਹੀ ਰੱਬ ਮਹਿਸੂਸ ਹੁੰਦਾ ਹੈ। ਸੰਤ ਜਨਾਂ ਕੇ ਹਿਰਦੈ ਸਭ ਧਰਮ, ਉਹਨਾਂ ਦੇ ਖਿਆਲ ਦੇ ਦਿਲ ਦੇ ਵਿੱਚ ਜਦੋਂ ਵੀ ਖਿਆਲ ਉੱਠੇਗਾ ਨਾ, ਗੁਰੂ ਸਾਹਿਬ ਕਹਿੰਦੇ ਵੀ ਧਰਮ ਦਾ ਖਿਆਲ ਹੀ ਉੱਠੇਗਾ, ਭਾਵ ਕਿ ਮਾੜਾ ਖਿਆਲ ਕਦੀ ਉੱਠਦਾ ਹੀ ਨਹੀਂ ਉਹਨਾਂ ਦੇ ਅੰਦਰੋਂ। ਸੰਤ ਜਨਾਂ ਸੁਨੇ ਸ਼ੁਭ ਬਚਨ, ਭਾਈ ਉਹ ਤੇ ਸਿਰਫ ਰੱਬ ਦੀ ਗੱਲ ਨੂੰ ਹੀ ਸੁਣਦੇ, ਭਲੇ ਬਚਨ ਸੁਣਦੇ ਨੇ। ਸਰਬ ਵਿਆਪੀ ਰਾਮ ਸੰਗਤ ਰਚਨ, ਤੇ ਜਿਹੜਾ ਮਾਲਕ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ ਨਾ, ਉਹਦੇ ਨਾਲ ਜੁੜੇ ਰਹਿੰਦੇ ਨੇ। ਜਿਨ ਜਾਤਾ ਤਿਸ ਕੀ ਇਹ ਰਹਿਤ, ਪਰ ਸਤਿਗੁਰੂ ਕਹਿੰਦੇ ਨੇ ਜਿਸ ਰੱਬ ਦੇ ਪਿਆਰੇ ਸੰਤ ਨੇ ਰੱਬ ਨੂੰ ਜਾਣਦਿਆ ਹੈ ਨਾ, ਉਹਦੀ ਵੀ ਰਹਿਣੀ ਏਦਾਂ ਦੀ ਹੁੰਦੀ ਹੈ ਕਿ ਰੱਬ ਨੂੰ ਹਰ ਚੀਜ਼ ਤੋਂ ਮਹਿਸੂਸ ਕਰਦਾ ਹੈ। ਸਤ ਬਚਨ ਸਾਧੂ ਸਭ ਕਹਿਤ, ਤੇ ਉਹ ਜਿਹੜਾ ਸਾਧੂ ਹੈ ਨਾ, ਹਮੇਸ਼ਾ ਸਤ ਬਚਨ ਬੋਲਦਾ ਹੈ, ਉਹਦੇ ਬੋਲ ਫਿਰ ਹਮੇਸ਼ਾ ਕਾਇਮ ਰਹਿਣ ਵਾਲੇ ਹੁੰਦੇ ਨੇ। ਦਾਤਾਰ ਕਹਿੰਦੇ ਨੇ ਜੋ ਜੋ ਹੋਏ ਸੋਈ ਸੁਖ ਮਾਨੈ, ਜੋ ਜੋ ਰੱਬ ਵੱਲੋਂ ਹੁੰਦਾ ਹੈ ਉਹਨੂੰ ਸੁਖ ਕਰਕੇ ਜਾਣਦਾ ਹੈ, ਉਹਦੀ ਰਜ਼ਾ ਦੇ ਵਿੱਚ ਤੁਰਦਾ ਹੈ। ਕਰਨ ਕਰਾਵਨ ਹਾਰ ਰੱਬ ਜਾਣੈ, ਉਥੇ ਰੱਬ ਨੂੰ ਹੀ ਸਾਰਾ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ ਮੰਨਦਾ ਹੈ। ਅੰਤਰ ਬਸੇ ਬਾਹਰ ਵੀ ਉਹੀ, ਸਾਧੂ ਦੇ ਲਈ, ਰੱਬ ਦੇ ਪਿਆਰੇ ਦੇ ਲਈ ਅੰਤਰ ਵੀ ਉਹੀ ਰੱਬ ਵਸਦਾ ਹੈ ਤੇ ਬਾਹਰ ਵੀ ਉਹੀ ਰੱਬ ਵਸਦਾ ਹੈ। ਨਾਨਕ ਦਰਸ਼ਨ ਦੇਖ ਸਭ ਮੋਹੀ, ਇਹੋ ਜੇ ਰੱਬ ਦਾ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ, ਭਾਵ ਕਿ ਪ੍ਰਸੰਨ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ। ਆਪ ਸਤ ਕੀਆ ਸਭ ਸਤ, ਮਾਲਕ ਆਪ ਸਤ ਹੈ ਕਿ ਉਹਨੇ ਜੋ ਪੈਦਾ ਕੀਤਾ ਹੈ ਉਹ ਵੀ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਭਾਵ ਕਿ ਉਹਦੀ ਹਸਤੀ ਹੈ। ਏਦਾਂ ਨਹੀਂ ਹੈ ਕਿ ਅਸੀਂ ਕਹਿ ਸਕਦੇ ਵੀ ਭੁਲੇਖਾ ਜਿਹਾ ਹੈ। ਸਤਿਗੁਰੂ ਕਹਿੰਦੇ ਜਿੰਨਾ ਚਿਰ ਹੈ ਉਹਨਾਂ ਚਿਰ ਇਹ ਸਤ ਹੈ। ਫਿਰ ਤਿਸ ਪ੍ਰਭ ਤੇ ਸਗਲੀ ਉਤਪਤ, ਉਸ ਪ੍ਰਭੂ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਜਿਸ ਭਾਵੈ ਤਾਂ ਕਰੇ ਵਿਸਥਾਰ, ਉਹਦੀ ਮਰਜ਼ੀ ਹੈ ਤੇ ਉਹ ਵਿਸਥਾਰ ਕਰ ਲਵੇ। ਜਿੱਦਾਂ ਆਪਾਂ ਸਮਝਦੇ ਹਾਂ ਨਾ ਕਿ ਕਿਸੇ ਛੋਟੇ ਬੱਚੇ ਨੂੰ ਗੁਬਾਰਾ ਲੈ ਦਿੱਤਾ, ਉਹਦੀ ਮਰਜ਼ੀ ਹੈ ਵੀ ਗੁਬਾਰੇ ਨੂੰ ਫੁਲਾ ਕੇ ਉਹ ਕਿੱਡਾ ਵੱਡਾ ਕਰ ਦੇਵੇ, ਤੇ ਉਹਦੀ ਮਰਜ਼ੀ ਹੈ ਵੀ ਉਹਦੇ ਵਿੱਚੋਂ ਸਾਰੀ ਹਵਾ ਕੱਢ ਦੇਵੇ, ਵਿਸਥਾਰ ਕਰ ਲਵੇ, ਛੋਟਾ ਕਰ ਦੇਵੇ। ਸਤਿਗੁਰੂ ਕਹਿੰਦੇ ਤਿਸ ਭਾਵੈ ਤਾਂ ਕਰੇ ਵਿਸਥਾਰ, ਰੱਬ ਨੂੰ ਭਾਵੇ ਤੇ ਚਾਹਵੇ ਤੇ ਸ੍ਰਿਸ਼ਟੀ ਦਾ ਵਿਸਥਾਰ ਕਰ ਲਵੇ। ਤਿਸ ਭਾਵੈ ਤਾਂ ਏਕੰਕਾਰ, ਉਹਦੀ ਮਰਜ਼ੀ ਹੈ, ਉਹਨੂੰ ਚੰਗਾ ਲੱਗੇ ਤੇ ਭਾਵੇਂ ਇਕੱਲਾ ਹੀ ਰਹਿ ਜਾਵੇ। ਫਿਰ ਗੁਰੂ ਸਾਹਿਬ ਕਹਿੰਦੇ ਨੇ ਅਨਿਕ ਕਲਾ ਲਖੀ ਨਾ ਜਾਏ, ਭਾਈ ਰੱਬ ਦੀਆਂ ਤਾਕਤਾਂ ਬੇਅੰਤ ਨੇ, ਉਹ ਸਾਡੇ ਹੌਸਲੇ ਦੇ ਵਿੱਚ, ਸਾਡੀ ਪਕੜ ਦੇ ਵਿੱਚ ਨਹੀਂ ਹੈ। ਜਿਸ ਭਾਵੈ ਤਿਸ ਲਏ ਮਿਲਾਏ, ਜਿਹਨੂੰ ਚਾਹੁੰਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਵਨ ਨਿਕਟ ਕਵਨ ਕਹੀਐ ਦੂਰ, ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨੇ ਲਾਗੋਂ ਕਿੰਨਾਂ ਨੂੰ ਇਹ ਕਹੀਏ ਵੀ ਉਹਦੇ ਤੋਂ ਰੱਬ ਬੜਾ ਨੇੜੇ ਹੈ ਤੇ ਉਹਦੇ ਤੋਂ ਦੂਰ ਹੈ। ਆਪ ਹੀ ਮਾਲਕ ਜਿਹੜਾ ਹੈ ਆਪੇ ਆਪ ਭਰਪੂਰ, ਆਪ ਹੀ ਸਾਰਿਆਂ ਦੇ ਵਿੱਚ ਭਰਪੂਰ ਹੈ। ਇੱਥੇ ਭਾਵ ਇਹ ਹੈ ਵੀ ਕਿਸੇ ਜਗ੍ਹਾ ਤੋਂ ਉਹ ਦੂਰ ਨਹੀਂ ਹੈ ਵੀ ਆਪਾਂ ਕਹਿ ਸਕਦੇ ਵੀ ਇਸ ਥਾਂ ਤੇ ਰੱਬ ਸ਼ਾਇਦ ਨਾ ਹੋਵੇਗਾ। ਸਤਿਗੁਰੂ ਕਹਿੰਦੇ ਕਿੱਥੇ ਕਵਾਂਗੇ ਵੀ ਉਹ ਨਹੀਂ ਹੈ, ਉਹ ਤੇ ਹਰ ਇੱਕ ਥਾਂ ਦੇ ਉੱਤੇ ਇੱਕੋ ਜਿਹਾ ਹੈ। ਅੰਤਰਗਤ ਜਿਸ ਆਪ ਜਨਾਏ, ਹਰ ਥਾਂ ਦੇ ਉੱਤੇ ਸਤਿਗੁਰੂ ਕਹਿੰਦੇ ਵਿਆਪਕ ਜਿਹੜਾ ਮਾਲਕ ਹੈ, ਜਿਹਨੂੰ ਆਪਣੇ ਆਪ ਦੀ ਅੰਦਰਲੀ ਉੱਚੀ ਅਵਸਥਾ ਸਜਾਉਂਦਾ ਹੈ, ਭਾਵ ਜਿਹਨੂੰ ਰੱਬ ਦੱਸ ਦਿੰਦਾ ਨਾ ਵੀ ਮੈਂ ਤੇਰੇ ਅੰਦਰ ਵਸਦਾ ਪਿਆ ਹਾਂ ਤੇ ਤੂੰ ਇਸ ਗੱਲ ਨੂੰ ਸਮਝ। ਹਜ਼ੂਰ ਕਹਿੰਦੇ ਨੇ ਭਾਈ ਨਾਨਕ ਤਿਸ ਜਨ ਆਪ ਬੁਝਾਏ, ਰੱਬ ਆਪ ਹੀ ਇਸ ਗੱਲ ਦੀ ਸਮਝ ਦਿੰਦਾ ਹੈ, ਭਾਵ ਕਿ ਆਪ ਹੀ ਮਾਲਕ ਜਿਹੜੇ ਬੰਦੇ ਨੂੰ ਇਸ ਗੱਲ ਦੀ ਸਮਝ ਦੇ ਦਿੰਦਾ ਹੈ ਨਾ ਕਿ ਮੈਂ ਤੇਰੇ ਅੰਦਰ ਵਸਦਾ ਹਾਂ, ਉਸ ਬੰਦੇ ਦੀ ਸਮਝ ਤੇ ਉੱਚੀ ਹੁੰਦੀ ਹੈ, ਪਰ ਉਹ ਸਮਝ ਦੇਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਰੱਬ ਮੱਤ ਦੇਵੇ ਤਾਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਮਾਲਕ ਸਾਡੇ ਅੰਦਰ ਵਸਦਾ ਪਿਆ ਹੈ। ਸਰਬ ਭੂਤ ਆਪ ਵਰਤਾਰਾ, ਭੂਤ ਦਾ ਮਤਲਬ ਹੁੰਦਾ ਹੈ ਜੀਵ, ਭਾਈ ਸਾਰਿਆਂ ਜੀਵਾਂ ਦੇ ਵਿੱਚ ਆਪ ਹੀ ਵਰਤਣ ਵਾਲਾ ਹੈ। ਸਰਬ ਨੈਣ ਆਪ ਵੇਖਣਹਾਰਾ, ਸਾਰੀਆਂ ਅੱਖਾਂ ਦੇ ਵਿੱਚ ਦੀ ਆਪ ਹੀ ਵੇਖਦਾ ਪਿਆ ਹੈ। ਸਗਲ ਸਮਗਰੀ ਜਾਕਾ ਤਨਾ, ਤਨਾ ਦਾ ਮਤਲਬ ਹੁੰਦਾ ਹੈ ਸਰੀਰ। ਅੱਜ ਜਿੰਨੀ ਬਨਸਪਤੀ ਹੈ ਨਾ ਸਾਰੀ ਰੱਬ ਦਾ ਸਰੀਰ ਹੈ। ਇਦਾਂ ਕੋਈ ਇਹ ਨਹੀਂ ਕਹਿ ਸਕਦਾ ਵੀ ਇੱਕੋ ਹੀ ਦਰਖਤ ਰੱਬ ਦਾ ਦਰਖਤ ਹੈ, ਦੂਜਾ ਪਾਣੀ ਹੀ ਰੱਬ ਦਾ ਪਾਣੀ ਹੈ, ਨਹੀਂ। ਮਹਾਰਾਜ ਕਹਿੰਦੇ ਜਿੰਨੀ ਵੀ ਸਮਗਰੀ ਹੈ ਨਾ ਸਮਝ ਲਓ ਵੀ ਰੱਬ ਦਾ ਸਰਗੁਣ ਸਰੂਪ ਹੈ, ਉਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਜੋ ਸਾਨੂੰ ਅੱਖਾਂ ਦੇ ਵਿੱਚ ਮਟੀਰੀਅਲ ਨਜ਼ਰ ਆਉਂਦਾ ਹੈ। ਸਗਲ ਸਮਗਰੀ ਜਾਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਪਣੀ ਸ਼ੋਭਾ ਮਾਲਕ ਆਪ ਹੀ ਸੁਣ ਰਿਹਾ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਉਸ ਰੱਬ ਨੇ ਸੰਸਾਰ ਦੇ ਵਿੱਚ ਆਉਣਾ, ਜਨਮ ਲੈਣਾ, ਜਾਵਣ ਜਾਣਾ, ਮੌਤ, ਉਹਨੇ ਇੱਕ ਖੇਡ ਬਣਾਈ ਹੋਈ ਹੈ। ਆਗਿਆਕਾਰੀ ਕਿੰਨੀ ਮਾਇਆ, ਤੇ ਆਪਣੇ ਹੁਕਮ ਦੇ ਵਿੱਚ ਤੁਰਨ ਲਈ ਉਹਨੇ ਮਾਇਆ ਬਣਾ ਦਿੱਤੀ ਹੈ, ਭਾਵ ਕਿ ਮਾਇਆ ਰੱਬ ਦੇ ਹੁਕਮ ਦੇ ਵਿੱਚ ਤੁਰਦੀ ਹੈ। ਸਭ ਕੈ ਮਦ ਅਲਿਪਤ ਹੋ ਰਿਹਾ ਹੈ, ਰੱਬ ਸਾਰਿਆਂ ਦੇ ਵਿੱਚ ਹੈ ਪਰ ਨਿਰਲੇਪ ਰਹਿੰਦਾ ਹੈ, ਸਾਰਿਆਂ ਤੋਂ ਅਲਿਪਤ ਰਹਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜੋ ਕੁਛ ਕਹਿਣਾ ਸੋ ਆਪੇ ਕਹੈ, ਜੋ ਕੁਝ ਵੀ ਜੀਵਾਂ ਨੂੰ
ਕਹਿਣਾ ਚਾਹੁੰਦਾ ਹੈ। ਭਾਵ ਕਿ ਜੋ ਕੁਝ ਵੀ ਜੀਵ ਬੋਲਦੇ ਨੇ ਜਾਂ ਜੋ ਵੀ ਰੱਬ ਦੇ ਵੱਲੋਂ ਹੁਕਮ ਹੁੰਦਾ ਹੈ, ਹਜ਼ੂਰ ਕਹਿੰਦੇ ਸੋ ਆਪ ਇੱਕ ਹੈ, ਉਹ ਮਾਲਕ ਆਪ ਹੀ ਕਹਿੰਦਾ ਹੈ। ਜੀਵਾਂ ਦੇ ਬੋਲਾਂ ਦੇ ਵਿੱਚ, ਜੀਵਾਂ ਦੀਆਂ ਅੱਖਾਂ ਦੇ ਵਿੱਚ, ਜੀਵਾਂ ਦੇ ਹਰ ਕਰਮ ਦੇ ਵਿੱਚ ਮਾਲਕ ਆਪ ਵਿਆਪਕ ਹੈ। ਜੋ ਕਿਛ ਕਹਿਣਾ ਸੋ ਆਪੇ ਕਹੈ, ਮਤਲਬ ਜੋ ਜੀਵ ਬੋਲਦੇ ਨੇ ਉਹ ਮਾਲਕ ਆਪ ਹੀ ਆਖਦਾ ਪਿਆ ਹੈ। ਆਗਿਆ ਆਵੇ ਆਗਿਆ ਜਾਏ, ਜੀਵ ਉਹਦੇ ਹੁਕਮ ਦੇ ਵਿੱਚ ਜਨਮਦਾ ਹੈ, ਹੁਕਮ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਨਾਨਕ ਜਿਸ ਜਾ ਭਾਵੈ ਤਾਂ ਲਏ ਸਮਾਏ, ਜਦੋਂ ਰੱਬ ਦੀ ਰਜ਼ਾ ਹੁੰਦੀ ਹੈ ਤੇ ਜੀਵ ਨੂੰ ਰੱਬ ਆਪਣੇ ਵਿੱਚ ਮਿਲਾ ਲੈਂਦਾ ਹੈ। ਇਸ ਤੇ ਹੋਏ ਸੋ ਨਾ ਹੀ ਬੁਰਾ, ਮਹਾਰਾਜ ਕਹਿੰਦੇ ਜੋ ਰੱਬ ਦੇ ਵੱਲੋਂ ਹੁੰਦਾ ਹੈ ਨਾ ਉਹ ਕੁਝ ਵੀ ਬੁਰਾ ਨਹੀਂ ਹੈ। ਔਰੈ ਕਹੋ ਕਿਨੈ ਕਛ ਕਰਾ, ਤੇ ਰੱਬ ਤੋਂ ਬਿਨਾਂ ਹੋਰ ਕਿਸੇ ਨੇ ਕੁਝ ਕੀਤਾ ਵੀ ਕੀ ਹੈ। ਆਪ ਭਲਾ ਕਰਤੂਤ ਅਤ ਨੀਕੀ, ਰੱਬ ਆਪ ਭਲਾ ਹੈ, ਉਹਦੇ ਕਰਤੂਤ, ਉਹਦੇ ਕਰਮ ਜਿਹੜੇ ਨੇ ਉਹ ਬੜੇ ਚੰਗੇ ਨੇ, ਨੀਕੀ ਸੋਹਣੀ ਹੈ। ਆਪੇ ਜਾਣੈ ਆਪਣੇ ਜੀ ਕੀ, ਜੋ ਉਹਦੇ ਦਿਲ ਦੇ ਵਿੱਚ ਚੱਲਦਾ ਪਿਆ ਹੈ ਨਾ, ਰੱਬ ਆਪ ਹੀ ਜਾਣਦਾ ਹੈ। ਆਪ ਸਾਚ ਧਾਰੀ ਸਭ ਸਾਚ, ਆਪ ਸੱਚਾ ਹੈ, ਉਹਦੀ ਸ੍ਰਿਸ਼ਟੀ ਵੀ ਸੱਚੀ ਹੈ। ਓਤ ਪੋਤ ਆਪਨ ਸੰਗ ਰਾਚ, ਤੇ ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਰਗੁਣ ਰੂਪ ਦੇ ਵਿੱਚ ਆਪ ਹੀ ਸਾਰੇ ਜੀਵਾਂ ਦੇ ਨਾਲ ਜੋ ਹੈ ਉਹ ਮਿਲਿਆ ਹੋਇਆ ਹੈ। ਦਾਤਾਰ ਕਹਿੰਦੇ ਨੇ ਫਿਰ ਵੇਖੋ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਉਸ ਰੱਬ ਦੀ ਗਿਣਤੀ ਮਿਣਤੀ ਅਵਸਥਾ ਅੰਦਾਜ਼ਾ ਉਹ ਕਿਹਾ ਨਹੀਂ ਜਾ ਸਕਦਾ। ਦੂਸਰ ਹੋਏ ਤਾਂ ਸੋਝੀ ਪਾਏ, ਹਜ਼ੂਰ ਕਹਿੰਦੇ ਨੇ ਕੋਈ ਏਡਾ ਵੱਡਾ ਰੱਬ ਵਰਗਾ ਹੋਵੇ ਤੇ ਏਡੀ ਚੀਜ਼ ਸਮਝ ਸਕੇ ਨਾ, ਕਿਉਂਕਿ ਦੂਜਾ ਉਹਦੇ ਜਿਹੜਾ ਕੋਈ ਹੈ ਹੀ ਨਹੀਂ, ਇਸ ਕਰਕੇ ਕੁਝ ਬੋਲਿਆ ਹੀ ਨਹੀਂ ਜਾ ਸਕਦਾ। ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਮਹਾਰਾਜ ਕਹਿੰਦੇ ਨੇ ਰੱਬ ਦਾ ਕੀਤਾ ਸਾਰਾ ਕੁਝ ਹੀ ਸਿਰ ਮੱਥੇ ਦੇ ਉੱਤੇ ਮੰਨਣਾ ਪੈਂਦਾ ਹੈ। ਭਾਵ ਕਿ ਜੋ ਰੱਬ ਕਰਦਾ ਹੈ ਮੰਨਣਾ ਹੀ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਇਹ ਜਾਣ, ਪਰ ਇਹ ਸਮਝ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਆਉਂਦੀ ਹੈ ਕਿ ਭਾਈ ਸਾਨੂੰ ਗੁਰੂ ਦੀ ਹੁਕਮ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਪੈਣਾ। ਜੋ ਜਾਣੇ ਇਸ ਸਦਾ ਸੁਖ ਹੋਏ, ਜਿਹੜਾ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ, ਭਾਵ ਕਿ ਰੱਬ ਨੂੰ ਜਾਣ ਲੈਂਦਾ ਹੈ, ਉਹਦੇ ਲਈ ਮਹਾਰਾਜ ਕਹਿੰਦੇ ਸਦਾ ਹੀ ਸੁਖ ਹੈ। ਆਪ ਮਿਲਾਏ ਲਏ ਪ੍ਰਭ ਸੋਏ, ਰੱਬ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਧਨਵੰਤ ਕੁਲਵੰਤ ਪਤਿਵੰਤ, ਉਹੀ ਧਨਵਾਨ ਹੈ ਧਾਰਮਿਕ ਜ਼ਿੰਦਗੀ ਦੇ ਵਿੱਚ, ਉਹਦੀ ਹੀ ਕੁਲ ਉੱਚੀ ਹੈ, ਉਹੀ ਇੱਜ਼ਤ ਵਾਲਾ ਹੈ। ਕੌਣ? ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ ਦੇ ਵਿੱਚ ਭਗਵੰਤ ਵਸ ਗਿਆ ਹੈ। ਸਤਿਗੁਰੂ ਕਹਿੰਦੇ ਉਹ ਬੰਦਾ ਜੀਵਨ ਮੁਕਤ ਹੈ। ਧਨ 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 ਜਨ ਆਇਆ, ਭਾਈ ਧਨ ਹੈ ਉਹ ਜਨ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਹੈ। ਕਿਉਂ? ਕਿਉਂਕਿ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੀ ਕਿਰਪਾ ਦੇ ਨਾਲ ਆ ਸਾਰਾ ਸੰਸਾਰ ਪਾਰ ਹੋ ਗਿਆ। ਉਹ ਸੇਵਕ ਧਨ ਹੈ ਜਿਹਦੀ ਕਿਰਪਾ ਦੇ ਕਰਕੇ ਸੰਸਾਰ ਪਾਰ ਹੋ ਗਿਆ ਹੈ। ਗੁਰੂ ਸਾਹਿਬ ਕਹਿੰਦੇ ਜਨ ਆਵਨ ਕਾ ਇਹ ਸੁਆਓ, ਮਨੋਰਥ ਕੀ ਸੀ ਰੱਬ ਦੇ ਪਿਆਰੇ ਦਾ ਇਸ ਦੁਨੀਆ ਦੇ ਵਿੱਚ ਆਉਣ, ਜਿਹਦੇ ਕਰਕੇ ਸੰਸਾਰ ਤਰ ਜਾਂਦਾ ਹੈ। ਉਹ ਕਿਉਂ ਇਸ ਦੁਨੀਆ ਦੇ ਵਿੱਚ ਆਉਂਦਾ ਹੈ? ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਓ, ਕਿ ਭਾਈ ਰੱਬ ਦੇ ਪਿਆਰਿਆਂ ਦੇ ਨਾਲ ਜੁੜ ਕੇ ਸਾਨੂੰ ਰੱਬ ਚੇਤੇ ਆਵੇ। ਆਪ ਮੁਕਤ ਮੁਕਤ ਕਰੇ ਸੰਸਾਰ, ਰੱਬ ਆਪ ਮੁਕਤ ਹੈ। ਵਾਹਿਗੁਰੂ ਰੱਬ ਦਾ ਪਿਆਰਾ ਆਪ ਮੁਕਤ ਹੈ, ਸਾਰੇ ਸੰਸਾਰ ਨੂੰ ਮੁਕਤ ਕਰ ਦਿੰਦਾ ਹੈ। ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਐਸੇ ਜਨ ਨੂੰ ਸਾਡੀ ਨਮਸਕਾਰ ਹੈ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਦੋ ਅਸ਼ਟਪਦੀਆਂ ਆਪਾਂ ਵਿਚਾਰੀਆਂ ਨੇ। ਗੁਰੂ ਸਵਾਰੀ ਸਾਧ ਸੰਗਤ ਜੀ, ਕੁਝ ਸਮਾਂ ਸਾਡੇ ਕੋਲ ਹੈ, ਅਸੀਂ ਆਪ ਜੀ ਦੇ ਸਵਾਲ ਜੋ ਨੇ ਉਹ ਲੈ ਸਕਦੇ ਹਾਂ। ਫਿਰ ਵੀ ਮੈਂ ਬੇਨਤੀ ਕਰਾਂਗਾ, ਕਿਉਂਕਿ ਕਲਾਸ ਰੂਪ ਦੇ ਵਿੱਚ ਇਹ ਕੁਝ ਇਦਾਂ ਦੀਆਂ ਵਿਚਾਰਾਂ ਹੁੰਦੀਆਂ ਨੇ, ਆਪਾਂ ਥੋੜਾ ਜਿਹਾ ਤੇਜ਼ੀ ਦੇ ਨਾਲ ਚੱਲਦੇ ਹਾਂ, ਜਿਹਦੇ ਕਰਕੇ ਠਹਿਰਾਅ ਦੀ ਘਾਟ ਹੋਣ ਦੇ ਕਰਕੇ ਕਿਸੇ ਵੇਲੇ ਬਹੁਤੀਆਂ ਗੱਲਾਂ ਪਕੜ ਤੋਂ ਨਿਕਲ ਜਾਂਦੀਆਂ। ਫਿਰ ਵੀ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਸ਼ਾਇਦ ਆਪ ਜੀ ਦੇ ਕੋਲ ਸੁਖਮਨੀ ਸਾਹਿਬ ਦੀ ਬਾਣੀ ਦੇ ਕੱਲੀ ਕੱਲੀ ਅਸ਼ਟਪਦੀ ਦੇ ਪਾਠ ਜੋ ਨੇ ਉਹ ਭੇਜੇ ਜਾ ਰਹੇ ਨੇ, ਪਹੁੰਚ ਰਹੇ ਹਨ। ਕੋਸ਼ਿਸ਼ ਕਰਿਓ ਆਪ ਜੀ ਉਹਨਾਂ ਤੋਂ ਲਾਹਾ ਲੈ ਸਕਦੇ ਹੋ। ਉੱਥੇ ਥੋੜਾ ਜਿਹਾ ਇਹਨਾਂ ਗੱਲਾਂ ਨੂੰ ਕਲੀਅਰ ਕਰਕੇ ਥੋੜਾ ਜਿਹਾ ਵਿਚਾਰ ਦੇ ਨਾਲ ਬੋਲਿਆ ਗਿਆ ਹੁੰਦਾ ਹੈ, ਤਾਂ ਕਿ ਥੋੜਾ ਸੌਖਾ ਸਮਝ ਆ ਜਾਵੇ। ਉੱਥੋਂ ਕੁਝ ਗੱਲਾਂ ਆਪ ਜੀ ਨੂੰ ਸਮਝ ਆ ਸਕਦੀਆਂ ਨੇ। ਫਿਰ ਵੀ ਆਪ ਜੀ ਦਾ ਕੋਈ ਸਵਾਲ ਹੋਵੇ, ਗੁਰੂ ਬਖਸ਼ਿਸ਼ ਦੇ ਸਦਕਾ ਜਿੰਨੀ ਸਮਝ ਹੈ ਆਪ ਜੀ ਦੇ ਅੱਗੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਅੱਜ ਮੇਰੇ ਪਾਸੋਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਆਪ ਜੀ ਦਾ ਕੋਈ ਸਵਾਲ ਹੋਵੇ ਤੇ ਆਪ ਜੀ ਕਰ ਸਕਦੇ ਹੋ ਜੀ। ਹਾਂਜੀ, ਸੁਖਵਿੰਦਰ ਸਿੰਘ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਵੀਰ ਜੀ ਨੇ ਬੜੇ ਵਿਸਥਾਰ ਪੂਰਵਕ ਸਾਨੂੰ ਸੁਖਮਨੀ ਸਾਹਿਬ ਜੀ ਦੇ ਅਰਥ ਦੱਸੇ ਹਨ। ਜੇ ਆਪ ਜੀ ਦਾ ਕੋਈ ਭੁਲੇਖ ਹੈਗਾ ਕੁਝ ਤੇ ਆਪ ਜੀ ਅੱਜ ਸਵਾਲ ਕਰ ਸਕਦੇ ਹੋ, ਸਾਡੇ ਕੋਲ ਹੈਗਾ ਜੀ। ਹਾਂਜੀ।